ਸਾਹਿਬ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ ਹਰਿ ਆਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੱਖ ਗੁਰੂ ਨਾਮ ਚਰਨ ਅਰਵਿੰਦ ਜਿਸ ਮਹਿ ਅਮਰਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਤਦ ਬੰਦੋਂ ਕਾਇਮ ਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਦਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਪੂਰਨ ਪ੍ਰਭੂ ਨਰਕ ਹੈ ਆਪਸ ਮਾਹੇ। ਰਾਮਚੰਦ ਕੋ ਪੌਰ ਜਿਮ ਮਿਰਤਕ ਵਿਪਰ ਸੁਤ ਜਿਆਹੇ। ਧੰਨ ਗੁਰੂ ਪੂਰਨ ਪ੍ਰਭੂ ਨਰਕ ਹੈ ਆਪਸ ਮਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜਬਰ ਸਦਰ ਤਖਤ ਦੇ ਮਾਲਕ ਗੁਰਤਾ ਗਦੀ ਦੇ ਤਖਤ ਦੇ ਸੁਭਾਏ ਮਾਨ ਪ੍ਰਗਟ ਕੁਰਾਨ ਕੀ ਦੇਹ ਪ੍ਰਤੱਖ ਹਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਅੰਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅਸਥਾਨ ਪਵਿੱਤਰ ਤਪ ਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਜੁੜ ਬੈਠੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਖਾਲਸਾ ਸਾਹਿਬ ਸੰਗਤ ਜੀ। ਸਤਿਗੁਰਾਂ ਦੀ ਕਿਰਪਾ ਦਾ ਸਦਕਾ ਭਾਦੋਂ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਤੇ ਸਾਹਿਬਾਂ ਦੇ ਅਸਥਾਨਾਂ ਦੀ ਯਾਤਰਾ ਕਰਨ ਦਾ ਆਪ ਜੀ ਨੂੰ ਸਮਾਂ ਮਿਲਿਆ ਹੈ। ਸਤਿਗੁਰਾਂ ਦੇ ਅਸਥਾਨਾਂ ਤੇ ਦਰਸ਼ਨ ਦਿਦਾਰੇ ਕਰਕੇ ਸੇਵਾਵਾਂ ਕਰਕੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਸ਼ੁਭ ਘੜੀ ਪ੍ਰਾਪਤ ਹੋਈ ਹੈ। ਆਓ ਸਤਿਗੁਰ ਮਹਾਰਾਜ ਦੇ ਹਜ਼ੂਰ ਚੱਲ ਰਹੇ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜੋ ਪੰਜੋਂ ਪਾਤਸ਼ਾਹ ਨੇ ਸਾਨੂੰ ਮਹੀਨਾਵਾਰੀ ਉਪਦੇਸ਼ ਬਖਸ਼ਿਆ ਹੈ, ਸੰਖੇਪ ਰੂਪ ਦੇ ਵਿੱਚ ਉਸ ਦੀ ਵਿਚਾਰ ਸਰਵਣ ਕਰੀਏ ਕਿ ਸਤਿਗੁਰੂ ਸਾਹਿਬ ਸਾਨੂੰ ਇਹ ਭਾਦੋਂ ਦੇ ਮਹੀਨੇ ਦੇ ਵਿੱਚ ਕੀ ਕਰਮ ਕਰਨ ਦੀ ਪ੍ਰੇਰਨਾ ਕਰ ਰਹੇ ਨੇ। ਕਿਵੇਂ ਦੱਸ ਰਹੇ ਹਨ ਕਿ ਜਿਹੜੇ ਨਾਮ ਤੋਂ ਨੇ ਹੋਣੇ ਪੁਰਖ ਹਨ ਉਹ ਜਮਾਂ ਦੇ ਵਸ ਪੈਂਦੇ ਨੇ। ਇਹ ਅਖਰੀ ਅਰਥ ਸੰਖੇਪ ਵਿਚਾਰ ਸਰਵਣ ਕਰਨ ਹਿਤ ਸਤਿਗੁਰੂ ਮਹਾਰਾਜ ਸਾਹਿਬ ਦੇ ਚਰਨ ਕਮਲਾਂ ਦਾ ਧਰੋ ਧਿਆਨ ਰਸਨਾ ਕਰੋ ਪਵਿੱਤਰ ਸਾਰੀ ਸੰਗਤ ਆਖੋ ਸਤਨਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਦੋਏ ਭਰਮ ਭੁਲਾਣੀਆਂ। ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਬਖਸ਼ਿਸ਼ ਕਰ ਰਹੇ ਹਨ। ਭਾਦੋਏ ਭਰਮ ਭੁਲਾਣੀਆਂ, ਭਾਦੋਂ ਦੇ ਮਹੀਨੇ ਦਾ ਉਪਦੇਸ਼ ਹੈ। ਇੱਕ ਤਾਂ ਜਿਹੜਾ ਅੱਜ ਮਹੀਨਾ ਆਰੰਭ ਹੋਇਆ ਇਹਨੂੰ ਭਾਦੋਂ ਕਹਿੰਦੇ, ਦੂਜਾ ਜੋ ਮਨੁੱਖਾ ਜਨਮ ਹੈ ਵੀ ਭਾਦੋਂ ਦੇ ਮਹੀਨੇ ਦੀ ਨਿਆਈ ਹੋਈ ਹੈ। ਸੰਗਰਾਂਦ ਉਸ ਦਿਨ ਨੂੰ ਕਹਿੰਦੇ ਹਾਂ ਜਿਸ ਦਿਨ ਸੂਰਜ ਆਪਣੀ ਰਾਸ ਛੱਡ ਕੇ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ। 12 ਰਾਸਾਂ ਨੇ, ਜਿਸ ਤੋਂ ਬਾਅਦ ਫਿਰ ਇੱਕ ਵਰਾ ਇੱਕ ਸਾਲ ਪੂਰਾ ਹੁੰਦਾ ਹੈ। ਤੇ ਸੰਗਰਾਂਦ ਵਾਲੇ ਦਿਨ ਜਦੋਂ ਇੱਕ ਰਾਤ ਤੋਂ ਸੂਰਜ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰੇ, ਉਦੋਂ ਆਪਣੇ ਆਪ ਹੀ ਸਾਰੇ ਮੌਸਮ ਦੇ ਵਿੱਚ ਇਹਦਾ ਪ੍ਰਭਾਵ ਦਿਖਾਈ ਦਿੰਦਾ। ਆਪਣੇ ਆਪ ਹੀ ਸਾਰੀ ਬਨਸਪਤੀ ਪ੍ਰਭਾਵ ਕਬੂਲ ਕਰਦੀ ਹੈ। ਛੋਟੇ ਤੋਂ ਛੋਟਾ ਦਰਖਤ, ਘਾਹ ਫੂਸ ਤੋਂ ਲੈ ਕੇ ਵੱਡੇ ਵੱਡੇ ਰੁੱਖਾਂ ਤੱਕ ਸੰਗਰਾਂਦ ਦਾ ਪ੍ਰਭਾਵ ਪੈਂਦਾ ਹੈ। ਲੋਕ ਸੂਰਜ ਦੀ ਪੂਜਾ ਕਰਦੇ ਹੁੰਦੇ ਸਨ। ਗੁਰਾਂ ਨੇ ਪਰਮੇਸ਼ਰ ਅਕਾਲ ਪੁਰਖ ਦੀ ਪੂਜਾ ਵਾਸਤੇ ਸਾਨੂੰ ਇਹ ਪਾਵਨ ਉਪਦੇਸ਼ ਬਖਸ਼ਿਆ ਹੈ। ਪਾਵਸ ਰੁੱਤ ਦਾ ਦੂਸਰਾ ਮਹੀਨਾ ਹੈ। 6 ਰੁੱਤਾਂ ਨੇ 12 ਮਹੀਨਿਆਂ ਦੋ ਮਹੀਨਿਆਂ ਦੀ ਇੱਕ ਰੁੱਤ ਹੋਇਆ ਕਰਦੀ ਹੈ, ਜਿਹਦੇ ਵਿੱਚੋਂ ਸਾਉਣ ਤੇ ਭਾਦਰੋਂ ਦਾ ਮਹੀਨਾ ਤੇ ਮੀਂਹ ਦਾ ਵਰਖਾ ਦੀ ਰੁੱਤ ਦੇ ਮਹੀਨੇ ਹਨ ਦੋਵੇਂ। ਆਪ ਮਹਾਰਾਜ ਕਹਿੰਦੇ ਨੇ ਭਾਦੋਂ ਦੁਆਰਾ ਉਪਦੇਸ਼ ਕਰਦੇ ਨੇ ਭਰਮ ਭੁਲਾਣੀਆਂ, ਜਿਹੜੀਆਂ ਜੀਵ ਇਸਤਰੀਆਂ ਭਰਮ ਕਰਕੇ ਭੁੱਲਣ ਜਾ ਰਹੀਆਂ ਨੇ। ਆਪ ਕੇ ਭਰਮ ਉਹ ਹੁੰਦਾ ਹੈ ਜਿਹੜੀ ਅਸਲ ਚੀਜ਼ ਤੋਂ ਉਲਟ ਵੇਖਣਾ ਸੋਚਣਾ ਨੂੰ ਭਰਮ ਕਹਿੰਦੇ ਨੇ। ਜਿਵੇਂ ਹਨੇਰੇ ਦੇ ਵਿੱਚ ਰੱਸੀ ਸੱਪ ਪ੍ਰਤੀਤ ਹੁੰਦੀ ਹੈ। ਚਾਨਣ ਹੋਵੇ ਤਾਂ ਕਹਿ ਦਈਦਾ ਵੀ ਇਹ ਤਾਂ ਰੱਸੀ ਸੀ, ਹੈ ਤਾਂ ਹਨੇਰੇ 'ਚ ਵੀ ਰੱਸੀ ਹੋਈ ਸੀ, ਪਰ ਹਨੇਰੇ ਦੇ ਭਰਮ ਕਰਕੇ ਉਹ ਸੱਪ ਦਾ ਭੁਲੇਖਾ ਉਤੋਂ ਪੈ ਗਿਆ। ਇਵੇਂ ਇਹ ਜੀਵ ਭਰਮ ਕਰਕੇ ਭੁਲਾਣੀਆਂ ਭੁੱਲਣ ਵਿੱਚ ਆ ਰਹੇ ਕੁਰਾਹੇ ਪੈ ਰਹੇ ਹਨ। ਦੂਜਾ ਲੱਗਾ ਹੇਤ। ਭਰਮ ਵਿੱਚ ਪੈ ਗਏ ਨੇ, ਉਹਨਾਂ ਦਾ ਦੂਜੇ ਪਾਸੇ ਦਾ ਹਿੱਤ ਹੈ। ਅਵਲ ਕੀ ਹੈ? ਪਰਮੇਸ਼ਰ। ਦੂਸਰਾ ਕੀ ਹੈ? ਪਰਮੇਸ਼ਰ ਤੋਂ ਬਗੈਰ ਜੋ ਮਾਇਆ ਹੈ, ਮਾਇਆ ਦਾ ਕਾਰਜ ਹੈ ਸੰਸਾਰ। ਸੰਸਾਰ ਵਿੱਚ ਜੀਵਾਂ ਦਾ ਹਿੱਤ ਲੱਗ ਰਿਹਾ ਭਰਮ ਭੁਲੇਖੇ ਕਰਕੇ, ਜਾਂ ਹੋਰ ਦੇਵੀ ਦੇਵਤਿਆਂ ਦੀ ਪੂਜਾ ਦੇ ਵਿੱਚ, ਸੂਰਜ ਆਦਿ ਚੰਦਰਮਾ ਆਦਿ ਦੀ ਪੂਜਾ ਦੇ ਵਿੱਚ ਹਿੱਤ ਲੱਗਾ ਹੋਇਆ। ਪਰਮੇਸ਼ਰ ਨੂੰ ਛੱਡ ਕੇ, ਕਰਤੇ ਨੂੰ ਛੱਡ ਕੇ ਉਹਦੀ ਕਿਰਤ ਦੀ, ਉਹਦੀਆਂ ਵਸਤੂਆਂ ਦੀ ਪੂਜਾ ਕਰ ਰਹੇ ਹਨ। ਲੱਖ ਸਿਗਾਰ ਬਣਾਇਆ। ਲੱਖ ਸੀਗਾਰ ਬਣਾਇਆ। ਭਾਵੇਂ ਕੋਈ ਲੱਖਾਂ ਹੀ ਸਰੀਰ ਦੇ ਸਾਧਨ ਕਰਨ ਵੀ ਸ਼ਿੰਗਾਰ ਕਰ ਲਵੇ, ਜਿਹੜੇ ਦਸਮ ਦਵਾਰ 'ਚ ਸਵਾਸ ਚਾੜ੍ਹਦੇ ਹਨ, ਇਸ ਤਰ੍ਹਾਂ ਸਾਧੂਆਂ ਵਾਲਾ ਲਿਬਾਸ ਧਾਰਨ ਕਰਕੇ ਰੱਖਣਾ। ਹੋਰ ਧਰਮ ਦੇ ਕਈ ਕਰਮ ਨੇ। ਪਰਮੇਸ਼ਰ ਪਤੀ ਪੁਰਖ ਅਕਾਲ ਪੁਰਖ ਤੋਂ ਬੇਮੁਖ ਹੋ ਕੇ ਭਾਵੇਂ ਕਹਿੰਦੇ 10ਵੇਂ ਸਵਾਸ ਤੋਂ ਨਾ ਚੜਾਈ ਰੱਖੇ, ਅਜਿਹੇ ਮਰਜ਼ੀ ਧਰਮ ਦੇ ਨਾਂ ਦੇ ਪਖੰਡ ਦੇ ਕਰਮ ਕਿਉਂ ਨਾ ਕਰੀ ਜਾਵੇ। ਬੜੀਆਂ ਕਬਰਾਂ ਦੇ ਦੇਵੀ ਦੇਵਤਿਆਂ ਦੇ ਅੱਗੇ ਜਾ ਕੇ ਨੱਕ ਰਗੜਨੇ ਅਤੇ ਫਿਰ ਉਹਨਾਂ ਦੀ ਸਾਧਨਾ ਕਰਨ ਵੀ ਸ਼ਿੰਗਾਰ ਭਾਵੇਂ ਕੋਈ ਲੱਖਾਂ ਬਣਾ ਲਵੇ। ਕਾਰਜ ਨਾਹੀ ਕੇਤ। ਕਿਸੇ ਕਾਰਜ ਕਿਸੇ ਕੰਮ ਦੇ ਵਿੱਚ ਸਹਾਈ ਨਹੀਂ ਹੁੰਦੇ। ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਪਖੰਡ ਕਰਕੇ ਨਾਲ ਨਹੀਂ ਹੁੰਦਾ। ਜਿਤ ਦਿਨ ਦੇ ਬਿਨ ਸਸੇ। ਭਾਈ ਜਿਸ ਦੇ ਨੇ ਜਿਹੜੀ ਦੇਹ ਹੈ ਨਾ, ਜਿਹਦਾ ਮਾਣ ਕਰਦਾ ਹੈ ਕਿ ਮੇਰਾ ਸਰੀਰ ਹੈ, ਮੇਰੀ ਦੇਹ ਹੈ, ਮੇਰੀ ਜ਼ਿੰਦਗੀ ਹੈ, ਜਿੱਦਣ ਤੇਰਾ ਸਰੀਰ ਪੰਚਮ ਪਾਤਸ਼ਾਹ ਕਹਿੰਦੇ ਬਿਨਸ ਗਿਆ, ਨਾਸ ਹੋ ਗਿਆ। ਤਿਤ ਵੇਲੇ ਕਹਿਸਨ ਪ੍ਰੇਤ। ਜਿਹੜੇ ਤੈਨੂੰ ਆਪਣਾ ਮੰਨਦੇ ਸਨ, ਜੇ ਤੂੰ ਪਛਾਵੇਂ ਉਹਨਾਂ ਨੂੰ ਮਿਲੇ, ਉਹ ਕਹਿੰਦੇ ਕੀ ਗੱਲ ਅੱਜ ਜੱਫੀ ਵਿੱਚ, ਅੱਜ ਸ਼ਾਦੀ ਨਾਲ ਲੱਗ ਕੇ ਨਹੀਂ ਮਿਲਣਾ। ਜਿਹੜੇ ਤੈਨੂੰ ਜੱਫੀ 'ਚ ਲੈ ਕੇ ਪਿਆਰ ਕਰਦੇ ਸਨ ਸੰਬੰਧੀ ਰਿਸ਼ਤੇਦਾਰ, ਤੋਂ ਜਦੋਂ ਸਰੀਰ ਨਾਸ ਹੋ ਗਿਆ
ਫਿਰ ਨੇੜੇ ਨਹੀਂ ਲੱਗਦੇ, ਕਹਿੰਦੇ ਵੀ ਇਹ ਮਰ ਗਿਆ ਹੈ, ਹੁਣ ਪ੍ਰੇਤ ਭੂਤ ਬਣ ਗਿਆ ਹੈ, ਜਾਂ ਇਹ ਗੁਜ਼ਰ ਚੁੱਕਾ ਹੈ, ਅਪਵਿੱਤਰ ਹੋ ਗਿਆ ਹੈ। ਸੋ ਸਾਰੇ ਹੀ ਸਾਧ ਸੰਗਤ ਜੀ ਇੱਕ ਸ਼ਿਵ ਦੇ ਵਿੱਚ ਸਰੀਰ ਵਿਲਸਣ ਤੋਂ ਬਾਅਦ ਭੂਤ ਭੂਤ ਕਹਿੰਦੇ ਹਨ। ਜਿਹੜਾ ਪਹਿਲਾਂ ਆਪਣਾ ਚੰਗਾ ਪਿਆਰਾ ਲੱਗਦਾ, ਜੇ ਕਿਤੇ ਮਰਨੇ ਤੋਂ ਬਾਅਦ ਉਹਦਾ ਸੁਪਨਾ ਵੀ ਆ ਜਾਵੇ ਤਾਂ ਵੀ ਚਿੰਤਾ ਕਰਦੇ ਨੇ, ਪਤਾ ਨਹੀਂ ਫਲਾਣਾ ਸੁਪਨੇ 'ਚ ਕੱਪ ਆਉਂਦਾ ਮੇਰੇ। ਕਈ ਸਿਆਣੇ ਅਖਵਾਉਣ ਵਾਲੇ ਪਖੰਡੀਆਂ ਕੋਲੋਂ ਪੁੱਛਣਾ ਲੈਣ ਵਾਸਤੇ ਚਲੇ ਜਾਂਦੇ ਹਨ। ਥਾਂ ਥਾਂ ਦੇ ਨੱਕ ਰਗੜਨੇ ਸ਼ੁਰੂ ਕਰ ਦਿੰਦੇ ਨੇ ਵੀ ਫਲਾਣਾ ਸੁਪਨੇ 'ਚ ਆਉਂਦਾ ਹੈ ਜੋ ਮਰਿਆ ਹੈ। ਐਸੀ ਜਗਤ ਦੀ ਅਸਲੀਅਤ ਦਾ ਭਲਿਆ ਕਾਹਦਾ ਮਾਣ ਕਰਦਾ, ਤੇਰੀ ਦੇਹ ਬਿਨਸਨ ਦੀ ਦੇਰ ਹੈ। ਸਭ ਕਹਿਣਗੇ ਭੂਤ ਹੈ, ਪ੍ਰੇਤ ਹੈ, ਪਵਿੱਤਰ ਹੈ, ਹੱਥ ਨਹੀਂ ਲਾਉਣਗੇ। ਜੇ ਲਾਉਣਗੇ ਘਰੇ ਜਾ ਕੇ ਇਸ਼ਨਾਨ ਕਰਨਗੇ ਵੀ ਉਹ ਮਰੇ ਦੇ ਲਾਗੇ ਆਏ ਆ ਵੀ ਨਹਾਉਣਾ ਚਾਹੀਦਾ ਘਰੇ ਜਾ ਕੇ। ਪਕੜ ਚਲਾਇਨ ਦੂਤ ਜਮ, ਮਰੇ ਤੋਂ ਜਿਹੜੇ ਪਰਮੇਸ਼ਰ ਦੇ ਭੇਜੇ ਹੋਏ ਜਮਦੂਤ ਹਨ, ਧਰਮ ਰਾਜੇ ਦੇ 5 ਫਰਿਸ਼ਤੇ ਅਜਰਾਏ ਲਾਲਕ, ਇਹ ਫਿਰ ਜਦੋਂ ਪਕੜ ਕਰਕੇ ਸੂਖਮ ਸਰੀਰ ਨੂੰ ਲੈ ਜਾਣਗੇ। ਕਿਸੈ ਨ ਦੇਨੀ ਭੇਤ, ਭੇਦ ਨਹੀਂ ਦਿੰਦੇ ਵੀ ਕਿੱਥੇ ਲੈ ਕੇ ਚੱਲੇ ਆ, ਜਾਣ ਤੋਂ ਪਹਿਲਾਂ ਕੋਈ ਭੇਦ ਦੇ ਕੇ ਨਹੀਂ ਆਉਂਦੇ ਵੀ ਅਸੀਂ ਫਲਾਣਾ ਲੈ ਕੇ ਜਾਣਾ। ਅਚਿੰਤੀ ਬਾਜ ਆਣ ਕੇ ਪੈਂਦੇ ਹਨ। ਛੱਡ ਖੜੋਤੇ ਖਿਨੈ ਮਾਹੇ, ਸਾਹਿਬ ਕਹਿੰਦੇ ਜਿਹੜੇ ਆਪਣੇ ਸੰਗ ਸੰਬੰਧੀ ਰਿਸ਼ਤੇਦਾਰ ਧੀਆਂ ਪੁੱਤਰ ਉਹ ਸਾਰੇ ਇੱਕ ਖੇਡ ਦੇ ਵਿੱਚ ਛੱਡ ਕੇ ਲਾਂਭੇ ਹੋ ਕੇ ਖਲੋ ਜਾਂਦੇ ਆ। ਬੇਵਸੀ ਜ਼ਾਹਰ ਕਰਦੇ ਆ ਕਿ ਹੁਣ ਇਹ ਮਰ ਗਿਆ, ਅਸੀਂ ਕਰ ਕੀ ਸਕਦੇ ਹਾਂ, ਸਾਡੇ ਵਾਸ ਦੀ ਗੱਲ ਕੋਈ ਨਹੀਂ। ਜਿਨ ਸਿਉ ਲਗਾ ਹੇਤ, ਇਹ ਭਾਈ ਤੇਰਾ ਬਹੁਤਾ ਹਿੱਤ ਪ੍ਰੇਮ ਲੱਗਾ ਹੈ ਨਾ, ਕਹਿੰਦਾ ਮੈਂ ਇਹਨਾਂ ਤੋਂ ਬਾਜੋ ਬਾਜ ਨਹੀਂ ਸਕਦਾ, ਇਹ ਫਲਾਣਾ ਮੇਰੇ ਤੋਂ ਆਏ ਤੋਂ ਬਗੈਰ ਉਹ ਪ੍ਰਸ਼ਾਦਾ ਹੀ ਨਹੀਂ ਸਕਦਾ। ਇਸ ਤਰ੍ਹਾਂ ਦਾ ਜਿਨ੍ਹਾਂ ਦੇ ਨਾਲ ਤੇਰਾ ਹਿੱਤ ਮੋਹ ਪ੍ਰੇਮ ਸੀ, ਉਹ ਵੀ ਸਾਰੇ ਇੱਕ ਪਾਸੇ ਹੋ ਕੇ ਫਿਰ ਖਲੋ ਜਾਂਦੇ ਆ। ਉਹ ਵੀ ਫਿਰ ਹੱਥ ਸਿਰ ਹੀ ਮਾਰਦੇ ਆ ਵੀ ਰੱਬ ਦੀ ਮਰਜ਼ੀ ਆ ਭਈ, ਉਹਦੇ ਅੱਗੇ ਕਿਹਦਾ ਜ਼ੋਰ ਚੱਲੇ। ਹੱਥ ਮਰੋੜੈ ਤਨ ਕਪੈ, ਜਦੋਂ ਮੌਤ ਆਉਣ ਤੋਂ ਪਹਿਲਾਂ ਜਨਮ ਮੌਤ ਦੇ ਫਰਿਸ਼ਤੇ ਮਨੁੱਖ ਨੂੰ ਦਿਖਾਈ ਦਿੰਦੇ ਆ ਤੇ ਮੌਤ ਦੇ ਡਰ ਕਰਕੇ ਹੱਥ ਮਰੋੜੇ। ਜੀਵ ਆਪਣੇ ਹੱਥ ਮਰੋੜਦਾ ਹੈ, ਭਾਵ ਕਿ ਉਸ ਵੇਲੇ ਦੁਖੀ ਹੁੰਦਾ, ਪਛਤਾਉਂਦਾ ਹੈ। ਤਨ ਕਪੇ, ਮੌਤ ਦੇ ਜਮਾ ਦੇ ਡਰ ਕੇ ਸਰੀਰ ਕੰਬਦਾ ਹੈ। ਸਿਆਹ ਹੋਆ ਸੇਤ, ਕਹਿੰਦੇ ਵੀ ਕਦੀ ਕਾਲਾ ਕਦੀ ਚਿੱਟਾ ਰੰਗ ਹੁੰਦਾ। ਜਿਹੜਾ ਅੰਦਰ ਖੂਨ ਲਾਲ ਸੀ ਉਹ ਲਾਲ ਖੂਨ ਸਾਰਾ ਪਾਣੀ ਹੋ ਜਾਂਦਾ ਹੈ। ਸਰੀਰ ਵਿਲਸਣ ਦੇ ਨਾਲ ਹੀ ਭੌਰ ਉਡਾਰੀ ਮਾਰਦੇ ਆ, ਉਸ ਵੇਲੇ ਲਹੂ ਵੀ ਪਾਣੀ ਬਣ ਜਾਂਦਾ। ਕਦੀ ਸਰੀਰ ਦਾ ਰੰਗ ਚਿੱਟਾ ਹੁੰਦਾ, ਕਦੀ ਕਾਲਾ ਭਾ ਮਾਰਦਾ, ਇੱਕ ਰੰਗ ਆਉਂਦਾ ਫਿਰ ਇੱਕ ਰੰਗ ਜਾਂਦਾ ਹੈ ਦੇਹੀ ਤੇ। ਜੇਹਾ ਬੀਜੈ ਸੋ ਲੂਣੈ, ਸਤਿਗੁਰੂ ਸਮਝਾਉਂਦੇ ਹਨ ਭਾਗੋ ਦੁਆਰਾ ਵੀ ਇਹ ਤਾਂ ਅਸਲੀਅਤ ਹੈ ਵੀ ਮਰਨਾ ਤਾਂ ਸਭ ਨੇ ਹੀ ਹੈ ਤੇ ਮਰਨੇ ਤੋਂ ਫਿਰ ਸਾਰੇ ਹੀ ਲਾਂਭੇ ਹੋ ਜਾਂਦੇ ਹਨ। ਇਸ ਕਰਕੇ ਪਿਆਰਿਆ ਜਿੰਨਾ ਚਿਰ ਸਵਾਸ ਚੱਲਦੇ ਆ ਬੀਜ ਕੋਈ ਚੰਗਾ ਬੀਜ ਲੈ, ਜਿਹੋ ਜਿਹਾ ਬੀਜ ਕਰਮਾਂ ਰੂਪੀ ਬੀਜੇਗਾ ਸੰਸਾਰ ਦੇ ਵਿੱਚ ਉਹੀ ਵੱਢਣਾ ਪਵੇਗਾ, ਉਹੀ ਭੋਗਣਾ ਪਵੇਗਾ। ਕਰਮਾ ਸੰਧੜਾ ਖੇਤ, ਕਰਮਾ ਸੰਧੜਾ ਖੇਤ ਕਿਉਂ? ਕਿਉਂਕਿ ਇਹ ਜਿਹੜਾ ਮਨੁੱਖਾ ਜਨਮ ਹੈ ਇਹ ਕਰਮ ਕਰਨ ਦਾ ਇੱਕ ਖੇਤ ਪ੍ਰਾਪਤ ਹੋਇਆ। ਜਿੱਦਾਂ ਦਾ ਬੀਜ ਖੇਤ ਵਿੱਚ ਬੀਜੀ ਉਹੀ ਫਸਲ ਵੱਢਦਾ ਹੈ ਨਾ ਕਿਸਾਨ, ਐਵੇਂ ਇਸ ਮਨੁੱਖਾ ਜਨਮ 'ਚ ਜਿਹੋ ਜਿਹਾ ਕਰਮ ਕਰੇਗਾ, ਪਾਪ ਕਰੇਗਾ ਉਹਦਾ ਵੀ ਫਲ ਤੈਨੂੰ ਮਿਲੇਗਾ, ਚੰਗਾ ਕਰਮ ਕਰੇਗਾ ਉਹਦਾ ਵੀ ਫਲ ਮਿਲੇਗਾ, ਨਿੰਦਾ ਚੁਗਲੀ 'ਚ ਜੀਵਨ ਲੰਘਾਵੇਗਾ ਉਹ ਵੀ ਫਸਲ ਬੀਜੀ ਜਾਏਗੀ। ਇਸ ਸਰੀਰ ਰੂਪੀ ਧਰਤੀ 'ਚ ਨਾਮ ਸੇਵਾ ਸਿਮਰਨ 'ਚ ਸਮਾਂ ਲੰਘਾਏਗਾ ਉਹ ਵੀ ਫਸਲ ਬੀਜੀ ਜਾਏਗੀ। ਗੱਲ ਕੀ ਆ ਵੀ ਸਰੀਰ ਇੱਕ ਧਰਤੀ ਆ, ਕਰਮ ਕਰਨਾ ਇਹ ਬੀਜ ਦੀ ਨਿਆਈ ਆ। ਜਿਹੋ ਜਿਹਾ ਚੰਗਾ ਮੰਦਾ ਅਸੀਂ ਬੀਜ ਬੀਜਾਂਗੇ ਉਹੀ ਸਾਨੂੰ ਵੱਢਣਾ ਪਊਗਾ। ਆਪਣੀ ਕੀਤੀ ਦਾ ਫਲ ਆਪੇ ਪਾਈਦਾ ਹੈ। ਨਾਨਕ ਪ੍ਰਭ ਸਰਨਾਗਤੇ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪੰਜਵੇਂ ਸਰੂਪ ਕਹਿੰਦੇ ਨੇ ਭਾਈ ਜਿਹੜੇ ਤਾਂ ਪ੍ਰਭੂ ਦੀ ਸ਼ਰਨ ਵਿੱਚ ਜੀਵ ਆ ਜਾਂਦੇ ਹਨ, ਪਰਮੇਸ਼ਰ ਦੇ ਚਰਨ ਕਮਲਾਂ ਦਾ ਉਹ ਆਸਰਾ ਲੈਂਦੇ ਨੇ, ਸੰਸਾਰ ਦੇ
ਸਭ ਭਰਮ ਭੁਲੇਖਿਆਂ ਨੂੰ ਤਿਆਗ ਕਰਕੇ ਚਰਨ ਬੋਹਿਥ ਪ੍ਰਭ ਦੇਤ। ਪਰਮੇਸ਼ਰ ਫਿਰ ਉਹਨਾਂ ਨੂੰ ਆਪਣੇ ਚਰਨਾਂ ਰੂਪੀ ਜਹਾਜ਼ ਦਾ ਆਸਰਾ ਦੇ ਕੇ ਸੰਸਾਰ ਸਮੁੰਦਰ ਨੂੰ ਪਾਰ ਕਰ ਦਿੰਦਾ। ਜਿਵੇਂ ਬੇੜੇ ਤੇ ਚੜ੍ਹ ਕੇ ਸਮੁੰਦਰ ਲੰਘ ਜਾਈਦਾ, ਇਹ ਮਹਾਰਾਜ ਆਪਣੇ ਚਰਨ ਬਖਸ਼ਦੇ ਨੇ। ਜਹਾਜ਼ ਹਨ ਜੋ ਚਰਨ ਕੀ ਹਨ? ਸਾਹਿਬ ਕਹਿੰਦੇ ਚਿੱਤ ਚਰਨ ਨਾਮ। ਪਰਮੇਸ਼ਰ ਦਾ ਨਾਮ ਜਪਣਾ ਇਹ ਚਿੱਤ ਚਰਨ ਦੇ ਵਿੱਚ, ਵਾਹਿਗੁਰੂ ਚਰਨ ਚਿੱਤ ਵਿੱਚ ਵਸਾਉਣੇ ਨੇ। ਇਹੀ ਬੇੜਾ ਹੈ। ਇਸ ਬੇੜੇ ਤੇ ਚੜ੍ਹ ਕੇ ਪਾਰ ਹੋ ਜਾਗੇ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਚਰਨਾਂ ਨੂੰ ਸੁਲਤਾਨਪੁਰ ਦੀਆਂ ਕਬਰਾਂ ਛੋਹੀਆਂ। ਜਦੋਂ ਸਤਿਗੁਰੂ ਮੋਦੀ ਖਾਨਾ ਛੱਡ ਕੇ ਕਬਰਾਂ 'ਚ ਜਾ ਬੈਠੇ ਬਾਹਰ, ਜਿੱਥੇ ਚਰਨ ਰੱਖਣ, ਜਿਹੜੀ ਕਬਰ ਤੇ ਚਰਨ ਪਵੇ, ਉਹ ਸਾਧ ਸੰਗਤ ਉਸ ਵੇਲੇ ਮੁਕਤ ਹੁੰਦਾ ਜਾਵੇ। ਗੁਰੂ ਅਮਰਦਾਸ ਸਾਹਿਬ ਖਡੂਰ ਸਾਹਿਬ ਤੋਂ ਗੋਂਦਵਾਲ ਜਾ ਰਹੇ ਸੀ। ਰਾਹ 'ਚ ਇੱਕ ਕਿਸੇ ਮੁਰਦੇ ਦਾ ਪਿੰਜਰ ਉਹਨਾਂ ਦੇ ਪੈਰ ਦੇ ਨਾਲ ਠੋਕਰ ਵੱਜੀ। ਮਹਾਰਾਜ ਦੇ ਚਰਨ ਛੂਹਦੇ ਆਹੀ ਉਹ ਨਰਕਾਂ ਵਿੱਚ ਸੀ ਮਨੁੱਖ। ਉਸ ਵੇਲੇ ਸੱਚਖੰਡ ਨੂੰ ਚਲੇ ਗਿਆ। ਇਹ ਮਹਾਰਾਜ ਦੇ ਚਰਨ ਵੀ ਜਹਾਜ਼ ਦੀ ਨਿਆਈ ਨੇ। ਜਿਹੜਾ ਸਤਿਗੁਰਾਂ ਦੇ ਚਰਨ ਪਰਮੇਸ਼ਰ ਦਾ ਰੂਪ ਗੁਰੂ ਸਾਹਿਬ ਨੂੰ ਜਾਣ ਕੇ ਆਸਰਾ ਬਣਦਾ, ਉਹ ਫਿਰ ਤਰ ਜਾਂਦਾ ਹੈ। ਜਿਹੜੇ ਪ੍ਰਭੂ ਦੀ ਸ਼ਰਨ ਨੂੰ ਆ ਕੇ ਪ੍ਰਾਪਤ ਹੋਏ, ਉਹਨਾਂ ਨੂੰ ਵਾਹਿਗੁਰੂ ਗੁਰੂ ਸਾਹਿਬ ਦੇ ਚਰਨਾਂ ਨੂੰ ਵੀ ਜਹਾਜ਼ ਤੇ ਚੜਾ ਕੇ ਪਾਰ ਕਰ ਦਿੰਦੇ ਹਨ। ਸੇ ਭਾਦੋਏ ਨਰਕ ਨ ਪਾਈਆ ਹੈ। ਇਹ ਭਾਦੋਏ ਨਰਕ ਨਾ ਪਾਈ ਹੈ। ਮਹਾਰਾਜ ਕਹਿੰਦੇ ਭਾਦੋ ਦੇ ਮਹੀਨੇ ਦੁਆਰਾ ਵੀ ਉਹ ਮਨੁੱਖ ਨਰਕਾਂ 'ਚ ਨਹੀਂ ਪਾਏ ਜਾਂਦੇ। ਜਾਂ ਪ੍ਰਤੱਖ ਭਾਦੋ ਦਾ ਮਹੀਨਾ ਕੀ ਹੈ? ਮਨੁੱਖਾ ਜਨਮ। ਉਹ ਇਸ ਮਨੁੱਖਾ ਜਨਮ ਤੋਂ ਬਾਅਦ ਫਿਰ ਨਰਕਾਂ 'ਚ ਨਹੀਂ ਪਾਏ ਜਾਂਦੇ। ਇੱਥੇ ਵੀ ਨਰਕਾਂ 'ਚ ਨਹੀਂ ਪੈਂਦੇ। ਗੁਰ ਰੱਖਣ ਵਾਲਾ ਹੇਤ। ਇਹਨਾਂ ਨੂੰ ਗੁਰੂ ਸਾਹਿਬ ਜੀ ਆਪ ਰੱਖਿਆ ਕਰਨ ਵਾਲੇ ਗੁਰੂ ਨਾਨਕ ਦੇਵ ਸਾਹਿਬ ਹੋਏ ਨੇ। ਜਿਨ੍ਹਾਂ ਦਾ ਹਿੱਤ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਲੱਗਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਨੂੰ ਆਪ ਰੱਖਦੇ ਹਨ। ਜਾਂ ਗੁਰ ਰੱਖਣ ਵਾਲਾ ਹੇਤ, ਜਿਨ੍ਹਾਂ ਦਾ ਹਿੱਤ ਗੁਰੂ ਸਾਹਿਬ ਜੀ ਦੇ ਨਾਲ ਹੈ, ਜਿਨ੍ਹਾਂ ਦਾ ਪ੍ਰੇਮ ਗੁਰੂ ਸਾਹਿਬ ਜੀ ਦੇ ਨਾਲ ਹੈ। ਸਤਿਗੁਰਾਂ ਦਾ ਕਹਿਆ ਕਮਾਉਣਾ ਤੇ ਮੰਨਣਾ ਹੈ। ਜੋ ਗੁਰੂ ਕਿਹਾ ਉਹੀ ਅਸੀਂ ਕਾਰ ਕਰਨੀ ਹੈ। ਗੁਰ ਕਹਿਆ ਸਾ ਕਾਰ ਕਮਾਵੋ, ਵੀ ਇਹੀ ਅਸੀਂ ਹੁਕਮ ਮੰਨਣਾ ਜੋ ਮੇਰੇ ਗੁਰੂ ਨੇ ਕਿਹਾ। ਉਹਨਾਂ ਨੂੰ ਫਿਰ ਸਾਧ ਸੰਗਤ ਗੁਰੂ ਸਾਹਿਬ ਜੀ ਆਪ ਹਿੱਤੂ ਹੋ ਕੇ, ਆਪ ਪ੍ਰੇਮੀ ਬਣ ਕੇ ਰੱਖਦੇ ਹਨ। ਜੰਮਣ ਮਰਨ ਤੇ ਹਰ ਤਰ੍ਹਾਂ ਦੇ ਦੁੱਖਾਂ ਤੋਂ ਬਚਾ ਲੈਂਦੇ ਨੇ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਪੰਜਵੇਂ ਗੁਰੂ ਸਰੂਪ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਜੋ ਭਾਦੋਂ ਦੇ ਮਹੀਨੇ ਦਾ ਉਪਦੇਸ਼ ਬਖਸ਼ਿਆ ਹੈ, ਪਰ ਸੰਖੇਪ ਦਰਸ਼ਨ ਕੀਤੇ ਨੇ। ਭਾਵ ਇਹੀ ਹੈ ਪਿਆਰਿਓ ਵੀ ਇਹ ਮਹੀਨਾ ਸਫਲਾ ਤਾਂ ਹੀ ਹੈ ਜੇ ਭਰਮ ਭੁਲੇਖਿਆਂ ਤੋਂ ਨਿਕਲਾਂਗੇ, ਗੁਰੂ ਦਾ ਆਸਰਾ ਲੈ ਕੇ। ਨਾਮ ਜਪਣ ਵਾਲੇ ਮੁਕਤ ਨੇ, ਨਹੀਂ ਤਾਂ ਫਿਰ ਮਨਮੁਖਾਂ ਦੀ ਤਾਂ ਦੇਹੀ ਨੂੰ ਵੀ ਹੱਥ ਲਾਉਣਾ ਨਹੀਂ ਕੋਈ ਚੰਗਾ ਸਮਝਦਾ। ਉਹ ਵੀ ਸਮਝਦੇ ਆ ਕਿ ਮਾੜਾ ਹੀ ਹੈ ਹੱਥ ਲਾਉਣਾ, ਨਹਾਉਂਦੇ ਘਰ ਜਾ ਕੇ। ਮਨਮੁਖ ਦਾ ਤੇ ਕਦੇ ਸੁਪਨਾ ਆ ਜਾਵੇ, ਡਰਦੇ ਹਨ। ਘਰਦਿਆਂ ਨੂੰ ਵੀ ਸੁਪਨਾ ਆ ਜਾਏ ਨਾ ਕਿਸੇ ਸੰਬੰਧੀ ਨੂੰ, ਉਹ ਡਰਦੇ ਨੇ, ਦੱਸਦੇ ਪੁੱਛਦੇ ਨੇ ਵੀ ਸੁਪਨੇ ਵਿੱਚ ਕਿਉਂ ਹੁੰਦਾ ਹੈ। ਤੇ ਜੇ ਕੋਈ ਰੱਬ ਦਾ ਪਿਆਰਾ ਉਹਦਾ ਸੁਪਨਾ ਆਵੇ ਤਾਂ ਖੁਸ਼ ਹੁੰਦੇ ਨੇ ਵੀ ਫਲਾਣੇ ਮਹਾਂਪੁਰਖਾਂ ਦੇ ਸੁਪਨੇ 'ਚ ਦਰਸ਼ਨ ਹੋ ਗਏ ਆ। ਇਸ ਕਰਕੇ ਸਿਮਰਨ ਤੇ ਗੁਰੂ ਸਾਹਿਬ ਜੀ ਦੀ ਚਰਨ ਸ਼ਰਨ, ਇਹਦੇ ਨਾਲ ਹੀ ਜੀਵਨ ਸੋਹਣਾ ਸੁਚੱਜਾ ਬਣਦਾ। ਤੇ ਪਾਤਸ਼ਾਹ ਦਾ ਇਹ ਉਪਦੇਸ਼ ਹਿਰਦੇ 'ਚ ਵਸੇ। ਇਹ ਮਹੀਨਾ ਸਤਿਗੁਰਾਂ ਦੀ ਬਾਣੀ ਪੜ੍ਹਦੇ ਹਾਂ, ਮਹਾਰਾਜ ਦੇ ਦਰਸ਼ਨ ਦਿਦਾਰੇ ਕਰਦੇ ਹਾਂ, ਧਰਤੀ ਕਿਰਤ ਕਮਾਈਆਂ ਕਰਦੇ ਹਾਂ ਬਤੀਤ ਹੋ ਗਏ। ਸੋ ਰਹੋ ਵਿਚਾਰ, ਆਓ ਚੱਲ ਰਹੀ ਲੜੀਵਾਰ, ਗੁਰੂ ਇਤਿਹਾਸ ਦੇ ਪ੍ਰਸੰਗ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਪੂਰਨ ਪ੍ਰਭੂ, ਨਰਕ ਹੈ ਆਪਸ ਮਾਹੇ। ਸਾਧ ਸੰਗਤ ਜੀ, ਇਥੋਂ ਤੱਕ ਆਪ ਜੀ ਨੇ ਸਾਖੀ ਸਰਵਣ ਕੀਤੀ ਹੈ ਕੱਲ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰ ਘਰ ਦੇ ਉੱਤੇ ਧੰਨ ਧੰਨ ਸ੍ਰੀ ਗੁਰੂ ਹਰਿ ਸਾਹਿਬ ਮਹਾਰਾਜ ਕਰਤਾਰਪੁਰ ਸਾਹਿਬ ਸੁਭਾਏਮਾਨ ਨੇ। ਇਹ ਸਤਿਗੁਰੂ ਮਹਾਰਾਜ ਦੇ ਕੋਲ ਸਿੱਖ ਸੰਗਤ ਆ ਰਹੀ ਹੈ। ਇੱਕ ਬ੍ਰਾਹਮਣ ਦਾ ਪੁੱਤਰ ਚੜ੍ਹਾਈ ਕਰ ਗਿਆ।
ਉਹ ਵੀ ਮਹਾਰਾਜ ਦੇ ਦਰ ਤੇ ਆਇਆ ਵੀ ਪਾਤਸ਼ਾਹ ਮੇਰਾ ਪੁੱਤਰ ਜਿਹੜਾ ਹੈ ਜਿਉਂਦਾ ਕਰੋ। ਸਿੱਖਾਂ ਨੇ ਸਿਫਾਰਸ਼ਾਂ ਕੀਤੀਆਂ, ਮਹਾਰਾਜ ਤੁਹਾਡੇ ਨਾਂ ਦਾ ਅਰਦਾਸੀਆ ਕੀਤਾ ਸੀ ਬ੍ਰਾਹਮਣ ਨੇ। ਦੋਵੇਂ ਪਤੀ ਪਤਨੀ ਕਹਿੰਦੇ ਰੋਂਦੇ ਬਹੁਤ ਆ ਵੀ ਮਰ ਜਾਗੇ ਜੇ ਪੁੱਤ ਸਾਡਾ ਜਿੰਦਾ ਨਾ ਹੋਇਆ। ਸਤਿਗੁਰਾਂ ਸਿੱਖਾਂ ਕੋਲ ਸੁਨੇਹਾ ਭੇਜਿਆ ਵੀ ਉਹਨੂੰ ਸਮਝਾਓ ਇਹ ਮਰਨਾ ਪਰਮੇਸ਼ਰ ਦੇ ਹੁਕਮ ਵਿੱਚ ਹੈ। ਜੰਮਣ ਮਰਨ ਉਹਨਾਂ ਚਿਰ ਨਹੀਂ ਕੱਟਿਆ ਜਾਂਦਾ ਜਿੰਨਾ ਚਿਰ ਜੀਵਨ ਮੁਕਤ ਬ੍ਰਹਮ ਗਿਆਨੀ ਨਾ ਜੀਵ ਹੋਵੇ। ਵਾਹਿਗੁਰੂ ਦੀ ਰਜ਼ਾ ਹੈ। ਨਾਲੇ ਅਸੀਂ ਕਿਹਨੂੰ ਕਿਹਨੂੰ ਜਿਉਂਦਿਆਂ ਕਰਾਂਗੇ। ਨੇਤੀ ਲੋਕ ਮਰਦੇ ਨੇ ਅਮੀਰ ਗਰੀਬ। ਅਮੀਰ ਆਪਣੀ ਮਾਇਆ ਦਾ ਮਾਣ ਕਰਕੇ ਆਖਣਗੇ ਸਾਡਾ ਕਾਰੋਬਾਰ ਬੰਦ ਹੋ ਜੂਏ ਜਿਉਂਦਾ ਕਰੋ। ਗਰੀਬ ਆਪਣੀ ਗਰੀਬੀ ਦਾ ਢੰਡੋਰਾ ਪਿੱਟ ਕੇ ਆਖੇਗਾ ਮੇਰਾ ਗਰੀਬ ਦਾ ਇਹ ਠੀਕ ਕਰ ਦੇ। ਤੇ ਇਸ ਕਰਕੇ ਗੁਰੂ ਮਹਾਰਾਜ ਸਾਹਿਬ ਕਹਿੰਦੇ ਨਹੀਂ। ਫਿਰ ਸਤਿਗੁਰੂ ਦੀਵਾਨ ਸਾਹਿਬ ਦੇ ਉੱਥੇ ਚਲੇ ਗਏ। ਸਿੱਖਾਂ ਫੇਰ ਕਿਹਾ, ਮਹਾਰਾਜ ਨੇ ਫਿਰ ਮਨਾ ਕੀਤਾ, ਕਹੀ ਗਏ। ਸਤਿਗੁਰੂ ਨਾਰਾਜ਼ ਹੋ ਗਏ। ਫਿਰ ਕਹਿਣ ਲੱਗੇ ਠੀਕ ਹੈ, ਜੇ ਤੁਸੀਂ ਚਾਹੁੰਦੇ ਹੋ ਬ੍ਰਾਹਮਣ ਦਾ ਪੁੱਤਰ ਠੀਕ ਹੋਵੇ, ਇਉਂ ਕਰੋ ਵੀ ਉਹਨੂੰ ਜਿਉਂਦਿਆਂ ਕਰਨ ਲਈ ਕੋਈ ਆਪਣਾ ਜੀਵਨ ਦਾਨ ਦੇਵੇ। ਪ੍ਰਾਣ ਆਪਣੇ ਹਾਜ਼ਰ ਕਰੋ, ਤੁਹਾਡੇ ਪ੍ਰਾਣ ਉਹਦੇ ਵਿੱਚ ਪਾ ਕੇ ਉਹਨੂੰ ਜਿਉਂਦਿਆਂ ਕਰ ਦਿਆਂਗੇ। ਕਰੋ ਪਰ ਉਪਕਾਰ ਸਿੱਖੋ। ਸਤਿਗੁਰਾਂ ਦਾ ਬਚਨ ਸੁਣ ਕੇ ਸਾਰਿਆਂ ਦੀਆਂ ਨੀਵੀਆਂ ਪੈ ਗਈਆਂ ਵੀ ਹੁਣ ਆਪਣੀ ਜਾਨ ਦੇ ਕੇ ਕਿਹੜਾ ਜਿਉਂਦਾ ਕਰੇ ਬ੍ਰਾਹਮਣ ਦੇ ਪੁੱਤ ਆਈ। ਸਾਰੇ ਠਾਂ ਵੇਖਦੇ ਨੇ ਕਿਤੇ ਗੁਰੂ ਮੈਨੂੰ ਹੀ ਨਾ ਆਵਾਜ਼ ਮਾਰ ਕੇ ਕਹਿਣ ਵੀ ਤੂੰ ਦੇਵ ਵੀ ਪ੍ਰਾਣ ਲਾ। ਤੇ ਕੁਝ ਸਮਾਂ ਚੁੱਪ ਛਾਈ ਰਹੀ। ਦੂਜੀ ਵਾਰ ਫੇਰ ਮਹਾਰਾਜ ਨੇ ਆਖਿਆ ਵੀ ਬੜੇ ਤੁਸੀਂ ਕਹਿੰਦੇ ਸੀ ਪੁੰਨ ਮਿਲੂਗਾ ਬ੍ਰਾਹਮਣ ਦਾ ਪੁੱਤ ਜਿਉਂਦਾ ਕੀਤੇ ਆ, ਹੁਣ ਪੁੰਨ ਕਿੱਥੇ ਚਲੇ ਗਿਆ, ਤੁਹਾਡਾ ਜਸ ਹੋਊਗਾ। ਕੋਈ ਉਠੋ, ਤਿਆਰ ਹੋ, ਤੁਹਾਡੇ ਪ੍ਰਾਣ ਬ੍ਰਾਹਮਣ ਦੇ ਪੁੱਤਰ ਵਿੱਚ ਪਾਈਏ। ਫਿਰ ਦੂਜੀ ਵਾਰ ਵੀ ਨਾ ਕੋਈ ਉੱਠਿਆ। ਤੀਜੀ ਵਾਰ ਮਹਾਰਾਜ ਨੇ ਕਿਹਾ ਤਾਂ ਭਾਈ ਭਗਤ ਦਾ ਪੁੱਤਰ ਸੀ ਜੀਵਨ। ਸਭ ਤੋਂ ਪਿੱਛੇ ਮਹਾਰਾਜ ਦੀ ਪਿੱਠ ਵੱਲ ਬੈਠਾ। ਇਹ ਬਚਨ ਸੁਣਿਆ ਤੇ ਬਿਨਾਂ ਕਿਸੇ ਨੂੰ ਦੱਸਿਆ ਕੁਝ ਉੱਠ ਕੇ ਪਿਛਾਂਹ ਨੂੰ ਚਲੇ ਗਿਆ ਆਪਣੇ ਡੇਰੇ ਜਾ ਕੇ। ਗੁਰੂ ਦਾ ਧਿਆਨ ਧਾਰ ਕੇ ਵੀ ਗੁਰੂ ਦਾ ਬਚਨ ਮੰਨਣ ਨਾਲੋਂ ਹੋਰ ਕੀ ਸਿੱਖ ਵਾਸਤੇ ਚੰਗੀ ਗੱਲ ਹੋ ਸਕਦੀ ਹੈ। ਆਪਣੇ ਪ੍ਰਾਣ ਤਿਆਗ ਤੇ ਇਧਰ ਭਾਈ ਜੀਵਨ ਨੇ ਪ੍ਰਾਣ ਤਿਆਗੇ, ਉਧਰ ਬ੍ਰਾਹਮਣ ਦਾ ਪੁੱਤ ਜਿਉਂਦਾ ਹੋ ਗਿਆ। ਖਬਰ ਅੰਦਰ ਗਈ ਮਹਾਰਾਜ ਦਾ ਪੁੱਤ ਜਿਉਂਦਾ ਹੋਇਆ ਹੈ। ਇਹ ਤੋਂ ਤੀਕ ਸਾਖੀ ਸੁਣੀ ਹੈ। ਇਹ ਤੋਂ ਅੱਗੇ ਜਿਹੜੇ ਪ੍ਰਸੰਗ ਆ ਰਹੇ ਹਨ, ਧੰਨ ਗੁਰੂ ਪੂਰਨ ਪ੍ਰਭੂ। ਸਾਰੇ ਸਿੱਖ ਸੁਣ ਕੇ ਧੰਨ ਧੰਨ ਕਰ ਰਹੇ ਨੇ ਵੀ ਧੰਨ ਹੈ ਗੁਰੂ ਹਰਿ ਸਾਹਿਬ। ਪੂਰਨ ਪ੍ਰਭੂ ਪਰਮੇਸ਼ਰ ਦਾ ਸਰੂਪ ਹਨ ਮਹਾਰਾਜ। ਨਰ ਕਹੈ ਆਪਸ ਮਾਹੇ। ਬ੍ਰਾਹਮਣ ਦੇ ਪੁੱਤਰ ਦੇ ਜਿਉਂਦੇ ਹੋਣ ਤੋਂ ਬਾਅਦ ਲੋਕ ਆਪਸ ਵਿੱਚ ਵੇਖ ਕੇ ਗੱਲਾਂ ਕਰ ਰਹੇ ਨੇ ਵੀ ਗੁਰੂ ਹਰਿ ਸਾਹਿਬ ਜੀ ਰੱਬ ਦਾ ਹੀ ਰੂਪ ਆਏ ਹਨ। ਵੇਖੋ ਵੀ ਇਹਦਾ ਮਰਿਆ ਹੋਇਆ ਪੁੱਤਰ ਜਿਉਂਦਾ ਕਰ ਦਿੱਤਾ। ਰਾਮਚੰਦ ਕੋ ਪੌਰਜਮ। ਇਹ ਫਿਰ ਇਸ ਤਰ੍ਹਾਂ ਉਦਾਹਰਨ ਦਿੰਦੇ ਵੀ ਰਾਮਚੰਦਰ ਜੀ ਹੋਏ ਨੇ ਤੇ ਰਾਮਚੰਦਰ ਜੀ ਦੇ ਦਰਵਾਜ਼ੇ ਤੇ ਮਿਰਤਕ ਵਿਪਰ ਸੁਤ ਜਿਆਹੇ। ਕੋਈ ਇੱਕ ਬ੍ਰਾਹਮਣ ਦਾ ਪੁੱਤ ਮਰਿਆ ਸੀ ਤਾਂ ਉਹਦਾ ਵੀ ਰਾਮਚੰਦਰ ਦੇ ਦਰਵਾਜ਼ੇ ਤੇ ਲਿਆ ਕੇ ਪਾਤਾ ਸੀ ਵੀ ਇਹਨੂੰ ਜਿਉਂਦਿਆਂ ਕਰੋ। ਚੌਪਾਈ ਸੁਣੀ ਕਥਾ ਮਹਿ ਦਿਜ ਲੈ ਗਇਓ। ਹਾਂ, ਇਸ ਤਰ੍ਹਾਂ ਕਹਿੰਦੇ ਵੀ ਅਸੀਂ ਤਾਂ ਉਹ ਕਥਾ ਸੁਣੀ ਹੈ, ਇਹ ਅੱਖੀ ਵੇਖੀ ਹੈ ਗੁਰੂ ਸਾਹਿਬ ਵਾਲੀ ਵੀ ਜਦੋਂ ਰਾਮਚੰਦਰ ਜੀ ਹੋਏ ਹਨ ਤ੍ਰੇਤੇ ਯੁੱਗ ਦੇ ਅੰਦਰ, ਉਸ ਸਮੇਂ ਬ੍ਰਾਹਮਣ ਦਾ ਪੁੱਤਰ ਚੜ੍ਹਾਈ ਕਰ ਗਿਆ ਸੀ। ਉਹ ਵੀ ਰਾਮਚੰਦਰ ਜੀ ਦੇ ਦਰ ਤੇ ਲੈ ਗਿਆ ਉਸ ਨੂੰ ਜਿਉਂਦਾ ਕਰਨ ਵਾਸਤੇ। ਅਦਕ ਬਿਰਲਾਪ ਰਾਮ ਦਰ ਕੀਓ। ਬਹੁਤਾ ਹੀ ਰਾਮ ਜੀ ਦੇ ਦਰ ਤੇ ਬਿਰਲਾਪ ਕੀਤਾ, ਰੋਣਾ ਪਿੱਟਣਾ ਬਹੁਤਾ ਹੀ ਪਾਇਆ ਉਸਨੇ। ਤਬ ਰਗਬਰ ਬਹੁ ਕਰੇ ਉਪਾਏ। ਉਸ ਵੇਲੇ ਕਹਿੰਦੇ ਵੀ ਰਘੁਬਰ ਨੇ ਰਘੂਆਂ ਦੀ ਕੁਲ ਦੇ ਸੂਰਜ ਜਾਂ ਕਹਿ ਲੋ ਚੰਦਰਮਾ ਸ੍ਰੀ ਰਾਮਚੰਦਰ ਜੀ ਨੇ ਬੜਾ ਹੀਲਾ ਵਸੀਲਾ ਕੀਤਾ। ਜਿਮ ਨਾਰਦ ਮਨ ਦਏ ਬਤਾਏ। ਜਿਵੇਂ ਨਾਰਦ ਮੁਨੀ ਨੇ ਸਾਰੀ ਗੱਲ ਦੱਸੀ, ਕਿਉਂਕਿ ਇਹ ਲਿਖਿਆ ਹੈ ਵਾਲਮੀਕੀ ਰਾਮਾਇਣ ਵਿੱਚ ਵੀ ਰਾਮਚੰਦਰ ਦੇ ਦਰ ਤੇ ਨੂੰ ਬ੍ਰਾਹਮਣ ਰੋਂਦਾ ਆ ਗਿਆ ਵੀ ਪੁੱਤ ਜਿਉਂਦਾ ਕਰੋ। ਨਾਰਦ ਮੁਨੀ ਨੂੰ ਪੁੱਛਿਆ ਵੀ ਇਹ ਬ੍ਰਾਹਮਣ ਦੇ ਪੁੱਤ ਦੇ ਮਰਨ ਦਾ ਕਾਰਨ ਕੀ ਹੈ ਤੇ ਨਾਰਦ ਮੁਨੀ ਨੇ ਉਹ ਸਾਰਾ ਉਪਾਅ ਦੱਸਿਆ। ਉਹ ਵਾਲਮੀਕੀ ਰਾਮਾਇਣ ਵਿੱਚ ਲਿਖਿਆ ਹੋਇਆ ਵੀ ਜਦੋਂ ਬਨਵਾਸ ਕੱਟ ਕੇ ਵਾਪਸ ਆ ਕੇ ਤਖਤ ਤੇ ਬੈਠੇ ਹੀ ਸੀ ਤਾਂ ਇੱਕ ਦਿਨ ਮੁਰਦਾ ਪੁੱਤਰ ਬ੍ਰਾਹਮਣ ਲੈ ਕੇ ਆ ਗਿਆ। ਉਹਨਾਂ ਦੇ ਅੱਗੇ ਫਰਿਆਦੀ ਹੋ ਗਈ ਵੀ ਲੜਕਾ ਮੇਰਾ ਮਰ ਗਿਆ ਹੈ, ਇਹਨੂੰ ਜਿਉਂ
ਜਿਉਂਦਾ ਕਰੋ, ਨਹੀਂ ਤੇ ਮੈਂ ਵੀ ਮਰ ਜਾਵਾਂਗਾ। ਇਸਤਰੀ ਮੇਰੀ ਨੇ ਜਾਂ ਮੈਂ ਇਹੋ ਜਿਹਾ ਕੋਈ ਪਾਪ ਨਹੀਂ ਕੀਤਾ ਜਿਸ ਕਰਕੇ ਸਾਨੂੰ ਇਹ ਦੁੱਖ ਝੱਲਣਾ ਪਵੇ। ਕਹਿੰਦੇ ਰਾਮਚੰਦਰ ਨੇ ਉਸ ਵੇਲੇ ਲੜਕੇ ਦੀ ਮੌਤ ਦਾ ਕਾਰਨ ਜਾਣਨ ਲਈ ਨਾਰਦ ਮੁਨੀ ਨੂੰ ਪੁੱਛਿਆ ਵੀ ਇਹ ਮਰਿਆ ਕਿਉਂ ਹੈ। ਤਾਂ ਉਹਨੇ ਸਾਰੀ ਗੱਲ ਯਾਦ ਕਰਕੇ ਦੱਸੀ ਵੀ ਜੰਗਲ ਦੇ ਵਿੱਚ ਇੱਕ ਸੰਭੁਕ ਨਾਮ ਦਾ ਸ਼ੂਦਰ ਉਹ ਤਪ ਕਰ ਰਿਹਾ ਹੈ ਤੇ ਸਨਾਤਨੀ ਧਰਮ ਦਾ, ਹਿੰਦੂ ਧਰਮ ਦਾ ਆਪਣਾ ਨਿਯਮ ਹੈ। ਉਹ ਕਹਿੰਦੇ ਵੀ ਨੀਵੀਂ ਜਾਤ ਵਾਲਾ ਰੱਬ ਦੀ ਬੰਦਗੀ ਨਹੀਂ ਕਰ ਸਕਦਾ। ਤੇ ਰਾਮਚੰਦਰ ਜੀ ਨੇ ਇਹ ਨਿਰਣਾ ਕੱਢਿਆ ਵੀ ਇਹ ਸੰਭੁਕ ਨਾਮ ਦਾ ਜਿਹੜਾ ਸ਼ੂਦਰ ਇਹ ਨੀਵੀਂ ਜਾਤ ਦਾ ਨੀਚ ਤਪੱਸਿਆ ਕਰ ਰਿਹਾ, ਇਹਦੇ ਕਰਕੇ ਬ੍ਰਾਹਮਣ ਦਾ ਪੁੱਤ ਮਰ ਗਿਆ। ਉਹਨਾਂ ਜਾ ਕੇ ਫਿਰ ਉਸ ਜੋ ਲੋਕਾਂ ਦੀ ਨਿਗਾਹ ਦੇ ਵਿੱਚ ਨੀਵੇਂ ਮੰਨੇ ਜਾਣ ਵਾਲੇ ਸੰਭੁਕ ਨਾਮ ਦੇ ਸ਼ੂਦਰ ਦੀ ਜਾਨ ਕੱਢ ਕੇ ਤੇ ਬ੍ਰਾਹਮਣ ਦੇ ਲੜਕੇ ਨੂੰ ਪਾ ਕੇ ਉਹਨੂੰ ਜਿਉਂਦਿਆ ਕੀਤਾ ਸੀ। ਇਹ ਤਾਂ ਉਹਨਾਂ ਦੀ ਇਸ ਤਰ੍ਹਾਂ ਦੀ ਸਾਖੀ ਲਿਖੀ ਆਉਂਦੀ ਹੈ ਵੀ ਉਹਨਾਂ ਨੇ ਤਾਂ ਕਿਸੇ ਨੂੰ ਆਪ ਹੱਥੀ ਮਾਰ ਕੇ ਵੀ ਇਹ ਸ਼ੂਦਰ ਹੈ ਬੰਦਗੀ ਕਰਦਾ ਤੇ ਫਿਰ ਉਹ ਬ੍ਰਾਹਮਣ ਦਾ ਪੁੱਤਰ ਜਿਉਂਦਾ ਕੀਤਾ। ਏਦਾਂ ਦਾ ਪ੍ਰਸੰਗ ਆਉਂਦਾ ਹੈ। ਜਿਉ ਕਿਉ ਕਰ ਦਿਜ ਪੁੱਤਰ ਜਿਵਾਇਓ। ਕਹਿੰਦੇ ਜਿਵੇਂ ਕਿਵੇਂ ਕਰਕੇ ਬ੍ਰਾਹਮਣ ਦਾ ਪੁੱਤਰ ਜਿਉਂਦਾ ਕਰਤਾ। ਉਹ ਵਿਚਾਰਾ ਗਰੀਬ ਬੰਦਗੀ ਰੱਬ ਦੀ ਕਰ ਰਿਹਾ ਸੀ। ਰਾਮਚੰਦਰ ਜੀ ਨੇ ਉਹਨੂੰ ਮਾਰ ਕੇ ਤੇ ਬ੍ਰਾਹਮਣ ਦੇ ਪੁੱਤ ਨੂੰ ਜਿਉਂਦਾ ਕੀਤਾ। ਰਾਮਚੰਦ ਨਿਜ ਨੇਮ ਨਿਭਾਇਓ। ਕਹਿੰਦੇ ਆਪਣਾ ਜਿਹੜਾ ਨੇਮ ਨਿਭਾ ਦਿੱਤਾ, ਜਿਹੜਾ ਪ੍ਰਾਣ ਸੀ ਵੀ ਮੇਰੇ ਦਰ ਤੋਂ ਕੋਈ ਖਾਲੀ ਨਾ ਜਾਵੇ। ਸੋਗਤ ਭਈ ਗੁਰੂ ਦਰਬਾਰ। ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਐਵੇਂ ਗੱਲਾਂ ਕਰਦੇ ਆ ਲੋਕ ਵੀ ਉਸੇ ਤਰ੍ਹਾਂ ਵੇਖੋ ਗੁਰੂ ਦਰਬਾਰ ਵਿੱਚ ਹੋਇਆ ਹੈ ਵੀ ਇੱਥੇ ਵੀ ਮਹਾਰਾਜ ਸਾਹਿਬ ਜੀ ਨੇ ਇੱਕ ਮਰਿਆ ਹੋਇਆ ਬ੍ਰਾਹਮਣ ਦਾ ਪੁੱਤਰ ਜਿਉਂਦਾ ਕਰ ਦਿੱਤਾ ਏ। ਦਿਜ ਸੰਕਟ ਤੇ ਲੀਨ ਉਬਾਰ। ਉਸ ਬ੍ਰਾਹਮਣ ਨੂੰ ਸੰਕਟ ਤੋਂ ਉਬਾਰ ਲਿਆ, ਪਰ ਫਰਕ ਵੇਖੋ ਇੱਥੇ ਕੀ ਆ। ਉਹਨਾਂ ਨੇ ਇੱਕ ਨੀਵੀਂ ਜਾਤ ਸਮਝ ਕੇ ਬੰਦਗੀ ਕਰਨ ਵਾਲਾ ਮਾਰ ਕੇ ਜਿਉਂਦਾ ਕੀਤਾ। ਇੱਥੇ ਤਾਂ ਸਤਿਗੁਰੂ ਸਾਹਿਬ ਜੀ ਨੇ ਸੁਭਾਵਿਕ ਭਜਨ ਕਿਹਾ ਸੀ ਤੇ ਮਹਾਰਾਜ ਦਾ ਭਜਨ ਮੰਨ ਕੇ ਗੁਰਮੁਖ ਪਿਆਰਾ ਆਪ ਹੀ ਪ੍ਰਾਣ ਤਿਆਗ ਗਿਆ। ਇਮ ਸੰਵਾਦ ਕਰੇ ਨਰ ਨਾਰੀ। ਇਸ ਤਰ੍ਹਾਂ ਲੋਕ ਇਸਤਰੀਆਂ ਕੀ ਪੁਰਖ ਕੀ ਆਪਸ ਵਿੱਚ ਸੰਵਾਦ ਕਰਦੇ ਆ, ਗੱਲਾਂ ਕਰਦੇ ਆ ਕਿ ਧੰਨ ਨੇ ਗੁਰਦੁਆਰਾ ਸਾਹਿਬ ਮਹਾਰਾਜ। ਗੁਰ ਕੀਰਤ ਕੋ ਕਰੇ ਉਚਾਰੀ। ਗੁਰੂ ਸਾਹਿਬ ਦੀ ਕੀਰਤੀ ਉਚਾਰਦੇ ਨੇ ਵੀ ਗੁਰਦੁਆਰਾ ਸਾਹਿਬ ਜੀ ਧੰਨ ਹਨ। ਸਭਾ ਵਿਖੇ ਜਬ ਸੁਧ ਚਲ ਗਈ। ਜਦੋਂ ਦੀਵਾਨ ਵਿੱਚ ਗੁਰਦੁਆਰਾ ਸਾਹਿਬ ਮਹਾਰਾਜ ਜੀ ਦੇ ਦਰ ਦੇ ਉੱਤੇ ਖਬਰ ਚਲੇਗੀ ਦਰਬਾਰ ਵਿੱਚ ਵੀ ਇਹਦਾ ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋਇਆ। ਸਾਧ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ, ਨਾਲ ਹੀ ਬੇਨਤੀ ਹੈ ਵੀ ਸ਼ਾਂਤੀ ਰੱਖੋ। ਜਦੋਂ ਤੁਸੀਂ ਆਵਾਜ਼ ਕਰਦੇ ਹੋ ਨਾ ਜਾਂ ਉੱਚੀ ਬੋਲ ਕੇ ਅਰਦਾਸ ਕਰਦੇ ਹੋ, ਕਥਾ ਦੇ ਵਿੱਚ ਵਿਘਨ ਪੈਂਦਾ। ਗੁਰੂ ਘਰ ਆਏ ਆ, ਆਪ ਵੀ ਰੌਲਾ ਨਾ ਪਾਓ, ਜੇ ਬੱਚੇ ਪਾਉਣ ਉਹਨਾਂ ਨੂੰ ਵੀ ਰੋਕੋ। ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਗੁਰੂ ਸਾਹਿਬ ਦੀ ਖੁਸ਼ੀ ਲੈਣੀ ਹੈ। ਤੇ ਜੇ ਗੱਲਾਂ ਬਾਤਾਂ ਕਰੋਗੇ, ਰੌਲਾ ਪਾਓਗੇ ਜਾਂ ਅਰਦਾਸ ਸਾਡੇ ਦੇ ਮਗਰ ਆ ਕੇ ਉੱਚੀ ਕਰੋਗੇ ਤਾਂ ਵੀ ਸਾਨੂੰ ਰੁਕਾਵਟ ਆਉਂਦੀ ਹੈ ਮਹਾਰਾਜ ਸਾਹਿਬ ਦੀ ਕਥਾ ਕਹਿਣ 'ਚ। ਇਸ ਕਰਕੇ ਦੋਹਰੇ ਨਾ ਕਹਿਣਾ ਪਵੇ, ਬੇਨਤੀ ਪ੍ਰਵਾਨ ਕਰਨੀ। ਪੜਿਓ ਫਿਰ। ਬਿਪਰ ਪੁੱਤਰ ਜੀਵਿਓ ਸੁਧ ਭਈ। ਮਹਾਰਾਜ ਸਾਹਿਬ ਮਹਾਰਾਜ ਕੋਲੇ ਖਬਰ ਚਲੇਗੀ ਵੀ ਸਤਿਗੁਰੂ ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋ ਗਿਆ ਹੈ। ਸੁਣਿਓ ਅਚਾਨਕ ਸ੍ਰੀ ਹਰਿ ਰਾਏ। ਅਚਾਨਕ ਹੀ ਗੁਰੂ ਹਰਿ ਸਾਹਿਬ ਜੀ ਨੇ ਉਸ ਬ੍ਰਾਹਮਣ ਦੇ 12 ਵਰ੍ਹਿਆਂ ਦੇ ਪੁੱਤ ਨੂੰ ਜਿਉਂਦੇ ਹੋਣ ਬਾਰੇ ਸੁਣਿਆ। ਬੁਝਿਓ ਸੀਗਰ ਕਹਿਓ ਜਬ ਆਏ। ਬੁਝਿਓ ਸੀਗਰ ਸਤਿਗੁਰੂ ਮਹਾਰਾਜ ਨੂੰ ਜਿਹੜਾ ਸਿੱਖ ਆ ਕੇ ਦੱਸ ਰਿਹਾ ਉਹਨੂੰ ਛੇਤੀ ਨਾਲ ਗੁਰੂ ਹਰਿ ਸਾਹਿਬ ਜੀ ਨੇ ਪੁੱਛਿਆ ਏ। ਕਹਿ ਸਿੱਖ ਆਪਨ ਆਰ ਬਲ ਦੀਨ। ਇਹ ਵੀ ਪਤਾ ਕਰੋ ਕਿਹੜੇ ਸਿੱਖ ਨੇ ਆਪਣੀ ਉਮਰ ਦਾਨ ਕਰਤੀ, ਆਪਣਾ ਜੀਵਨ ਦਾਨ ਕੀਤਾ ਹੈ ਤਾਂ ਬ੍ਰਾਹਮਣ ਦਾ ਪੁੱਤ ਜਿਉਂਦਾ ਹੋਇਆ। ਪਰ ਉਪਕਾਰ ਕਿਨਹੁ ਅਸ ਕੀਨ। ਪਤਾ ਕਰੋ ਗੁਰਸਿੱਖੋ ਕਿਹੜੇ ਸਿੱਖ ਨੇ ਐਸਾ ਪਰ ਉਪਕਾਰ ਕੀਤਾ ਹੈ, ਆਪਣੀ ਜ਼ਿੰਦਗੀ ਦਾਨ ਦੇ ਦਿੱਤੀ। ਸੁਣਤ ਸਭਾ ਸਦ ਬਸ ਮੈਂ ਭਏ। ਜਿਹੜੀ ਸਭਾ ਵਿੱਚ ਸੰਗਤ ਬੈਠੀ ਸੀ, ਸਿੱਖ ਬੈਠੇ ਸਨ, ਸਾਰੇ ਇਹ ਗੱਲ ਸੁਣ ਕੇ ਹੈਰਾਨ ਅਚਰਜ ਹੋ ਗਏ। ਚਪਲ ਬਿਲੋਚਨ ਇਤ ਉਤ ਕੀਐ। ਸਾਰੇ ਆਪਣੇ ਨੇਤਰਾਂ ਨੂੰ ਚੰਚਲ ਕਰਕੇ ਇੱਧਰ ਉੱਧਰ ਸੱਜੇ ਖੱਬੇ ਸੰਗਤ ਵੱਲ ਵੇਖਦੇ ਹਨ। ਨਿਜ ਨਿਜ ਨਿਕਟ ਬਿਖੇ ਸਭ ਬੈਸੇ। ਜਿਹੜੇ ਸੰਗਤ ਆਈ ਹੁੰਦੀ ਨਾ, ਜਿਹੜੇ ਆਪਣੇ ਜਾਣ ਪਛਾਣ ਵਾਲੇ ਇੱਕ ਇਲਾਕੇ ਦੇ ਹੁੰਦੇ ਆ,
ਉਹ ਸਾਰੇ ਆਪਣੇ ਬਾਕੀ ਸਾਥੀਆਂ ਨੂੰ ਵੇਖਦੇ ਆ ਵੀ ਕੋਈ ਮੇਰਾ ਸਾਥੀ ਤਾਂ ਨਹੀਂ ਉੱਠ ਕੇ ਚਲਾ ਗਿਆ। ਸਾਰੀ ਸੰਗਤ ਇੱਧਰ ਉੱਧਰ ਨਿਗਾਹ ਫੇਰ ਕੇ ਆਪੋ ਆਪਣੇ ਸਾਥੀਆਂ ਦੀ ਭਾਲ ਕਰਦੇ ਨੇ ਵੀ ਕਿਤੇ ਸਾਡਾ ਹੀ ਕੋਈ ਨਾ ਚੜ੍ਹਾਈ ਕਰ ਗਿਆ ਹੋਵੇ। ਮਰਿਓ ਕੌਣ ਵਿਚਾਰਤ ਐਸੇ, ਇਹਦਾ ਵਿਚਾਰਦੇ ਆ ਵੀ ਕੌਣ ਮਰ ਗਿਆ ਹੈ ਇਸ ਬ੍ਰਾਹਮਣ ਦੇ ਪੁੱਤਰ ਦੇ ਥਾਂ ਤੇ, ਕਿਹਨੇ ਆਪਣੇ ਪ੍ਰਾਣ ਦਾਨ ਕਰਤੇ। ਪੁਨਹ ਸੀਗਰ ਗੁਰ ਪੂਜਨ ਕੀਨ, ਪੁਨਹ ਸ਼ੀਘਰ ਗੁਰ ਪੂਜਨ ਕੀਨ। ਫਿਰ ਜਦੋਂ ਕੁਝ ਸਮੇਂ ਬਾਅਦ ਕਿਸੇ ਨੇ ਕੁਝ ਦੱਸਿਆ ਨਾ ਤਾਂ ਗੁਰੂ ਹਰਿ ਸਾਹਿਬ ਨੇ ਛੇਤੀ ਨਾਲ ਫੇਰ ਪੁੱਛਿਆ, ਕਿਉਂ ਨਾ ਕਹੋ ਕਿਨ ਜੀਵਨ ਦੀਨ। ਇਹ ਸਿੱਖਾ ਦੱਸ ਕਿਉਂ ਨਹੀਂ ਦੱਸਦੇ ਵੀ ਕਿਹੜੇ ਗੁਰਸਿੱਖ ਨੇ ਆਪਣਾ ਜੀਵਨ ਦੇ ਦਿੱਤਾ, ਭੇਟਾ ਕਰ ਦਿੱਤਾ ਹੈ। ਸਰੀਦਾਰ ਕਰ ਜੋਰ ਉਚਾਰਾ, ਜਿਹੜਾ ਸ਼ਰੀਦਾਰ ਚੋਬਦਾਰ ਸਿੱਖ ਸੀ ਨਾ, ਜਿਹੜਾ ਉੱਥੇ ਸੋਟਾ ਲੈ ਕੇ ਪਹਿਰੇ ਦੇ ਖਲੋਂਦਾ ਸੀ ਵੱਡਿਆਰਾ, ਚੋਬ ਲੈ ਕੇ ਉਹ ਕਹਿਣ ਲੱਗਾ, ਮਹਾਰਾਜ ਨਹਿ ਦੁਤੀ ਸਧਾਰਾ। ਕਹਿਣ ਲੱਗਾ ਪਾਤਸ਼ਾਹ ਜੀ, ਉਹ ਇੱਕ ਤਾਂ ਮੈਂ ਜਾਂਦਾ ਵੇਖਿਆ, ਉਸ ਤੋਂ ਬਾਅਦ ਦੂਸਰਾ ਕੋਈ ਸਿੱਖ ਦੀਵਾਨ ਵਿੱਚ ਉੱਠ ਕੇ ਨਹੀਂ ਗਿਆ ਹੁਣ ਤੱਕ। ਇੱਕ ਜੀਵਨ ਭਗਤੂ ਸੁਤ ਗਇਓ, ਕਹਿੰਦੇ ਕਿਹੜਾ ਇੱਕ ਸਿੱਖ ਉੱਠ ਕੇ ਗਿਆ। ਕਹਿੰਦੇ ਸਤਿਗੁਰੂ ਜੀ ਜਿਹੜਾ ਭਾਈ ਭਗਤੂ ਹੈ ਨਾ, ਉਹਦਾ ਛੋਟਾ ਪੁੱਤਰ ਜੋ ਭਾਈ ਜੀਵਨ ਤੁਹਾਡੇ ਦਰਸ਼ਨ ਕਰਨ ਸੰਗਤ ਲੈ ਕੇ ਆਇਆ, ਉਹਨੂੰ ਮੈਂ ਉੱਠ ਕੇ ਜਾਂਦਿਆਂ ਵੇਖਿਆ ਦੀਵਾਨ ਵਿੱਚੋਂ। ਹਟ ਕਰ ਸੋ ਨਹਿ ਆਵਤ ਭਇਓ, ਜਦੋਂ ਦਾ ਉੱਠ ਕੇ ਗਿਆ ਹੈ ਵਾਪਸ ਮੁੜ ਕੇ ਨਹੀਂ ਸਤਿਗੁਰੂ ਜੀ ਆਇਆ। ਅਪਰ ਸਭਾ ਸਭ ਬੈਠੀਆ ਹੈ, ਤੇ ਬਾਕੀ ਸਾਰੀ ਸਭਾ ਉਸੇ ਤਰ੍ਹਾਂ ਬੈਠੀ ਆ, ਹੋਰ ਤਾਂ ਕੋਈ ਸਿੱਖ ਦੀਵਾਨ ਚੋਂ ਨਹੀਂ ਉੱਠਿਆ। ਇੱਕ ਭਾਈ ਭਗਤੂ ਦਾ ਪੁੱਤਰ ਜੀਵਨ ਉੱਠ ਕੇ ਗਿਆ ਹੈ। ਵਿਪਰ ਪ੍ਰਸੰਗ ਸੁਨਤ ਜੇ ਕਹੇ, ਵਿਪਰ ਪ੍ਰਸੰਗ ਸੁਨਤ ਜੇ ਕਹੇ। ਜਿਵੇਂ ਮਹਾਰਾਜ ਇੱਥੇ ਸੰਗਤ ਕਹਿ ਰਹੀ ਸੀ ਤੇ ਵਾਰ-ਵਾਰ ਫਿਰ ਜਿਵੇਂ ਤੁਸੀਂ ਕਿਹਾ ਸੀ ਵੀ ਕੋਈ ਆਪਣੇ ਪ੍ਰਾਣ ਦਿਓ ਜੇ ਬ੍ਰਾਹਮਣ ਦਾ ਪੁੱਤ ਜਿਉਂਦਾ ਕਰਨਾ, ਇਹ ਸਾਖੀ ਜਿਸ ਵੇਲੇ ਸਤਿਗੁਰੂ ਜੀ ਚੱਲ ਹੀ ਰਹੀ ਸੀ। ਸੋ ਰਾਵਰ ਕੋ ਤੋ ਪਿਸਾਰੀ, ਉਸ ਵੇਲੇ ਉਹ ਭਾਈ ਜੀਵਨ ਤੁਹਾਡੀ ਪਿੱਠ ਵੱਲ ਤੁਹਾਡੇ ਪਿਛਲੇ ਪਾਸੇ ਦੀਵਾਨ ਵਿੱਚ ਬੈਠਾ ਸੀ। ਨਿਕਸਿਓ ਤੂਸਨ ਬੰਧਨ ਧਾਰੀ, ਚੁੱਪ ਚੁਪੀਤਾ ਉੱਥੋਂ ਹੀ ਮੱਥਾ ਟੇਕ ਕੇ ਤਾਂ ਮਹਾਰਾਜ ਜੀ ਉਹ ਤਾਂ ਬਾਹਰ ਚਲੇ ਗਿਆ। ਸੁਣ ਗੁਰ ਕਹਿਓ ਸੀਗਰ ਸੁਧ ਲੀਜੈ, ਇਹ ਖਬਰ ਮਿਲੀ ਵੀ ਭਾਈ ਭਗਤੂ ਦਾ ਜੀਵਨ ਨਾਮ ਦਾ ਪੁੱਤ ਉੱਠ ਕੇ ਗਿਆ ਸੀ, ਹੋਰ ਸਿੱਖ ਤਾਂ ਕੋਈ ਨਹੀਂ ਉੱਠਿਆ। ਸਤਿਗੁਰਾਂ ਨੇ ਤੁਰੰਤ ਹੀ ਸਿੱਖ ਭਜਾਏ ਨੇ ਵੀ ਜਾਓ ਖਬਰ ਲੋ ਡੇਰੇ 'ਚ ਜਾ ਕੇ। ਇਸ ਬੈਲੋਕ ਹਮ ਸੰਗ ਕਹੀਜੈ, ਇਹ ਕਿ ਆਓ ਵੀ ਜੀਵਨ ਸਿੱਖ ਕਿੱਥੇ ਆ, ਫਿਰ ਸਾਰੀ ਸਾਨੂੰ ਖਬਰ ਦੱਸੋ ਵੜ ਕੇ। ਦੋਰੇ ਦਾਸ ਗਏ ਦੋਇ ਤੀਨ, ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਹੁਕਮ ਸੁਣ ਕੇ ਤਿੰਨ ਸੇਵਕ ਉਸੇ ਵੇਲੇ ਦੌੜ ਕੇ ਗਏ ਹਨ। ਡੇਰੇ ਪ੍ਰਥਮ ਜਾਏ ਪਿਖਲੀਨ, ਸਭ ਤੋਂ ਪਹਿਲਾਂ ਜਿੱਥੇ ਭਾਈ ਭਗਤੂ ਦਾ ਡੇਰਾ, ਭਾਈ ਜੀਵਨ ਦਾ ਡੇਰਾ ਸੀ, ਜਿੱਥੇ ਟਿਕਾਣਾ ਕੀਤਾ ਸੀ ਆਪਣੇ ਰਹਿਣ ਵਾਸਤੇ, ਦੌੜ ਕੇ ਸਿੱਖ ਗੁਰੂ ਹਰਿ ਸਾਹਿਬ ਦਾ ਹੁਕਮ ਸੁਣ ਕੇ ਉੱਥੇ ਪਹੁੰਚੇ। ਬਸਤਰ ਅਸ਼ਾਦਤ ਤ੍ਰਿਣਨ ਪਰਿਓ ਹੈ, ਕੀ ਵੇਖਦੇ ਆ ਵੀ ਥੱਲੇ ਘਾਹ ਫੂਸ ਜੇ ਦਾ ਦੱਬ ਜੀ ਦਾ ਬਿਸਤਰਾ ਜਿਹਾ ਬਣਿਆ ਹੈ, ਵਿਛਾਈ ਬਣੀ ਹੈ, ਉੱਤੇ ਆਪਣੇ ਭਾਈ ਭਗਤੂ ਦਾ ਪੁੱਤਰ ਜੀਵਨ ਕੱਪੜਾ ਲੈ ਕੇ ਸਰੀਰ ਦੇ ਲੰਮੇ ਪਿਆ ਹੈ। ਵੇਖ ਉਘਾਰ ਬਿਨ ਪ੍ਰਾਣ ਮਰਿਓ ਹੈ, ਕੱਪੜਾ ਉਘਾੜ ਕੇ ਚਾਦਰ ਲਾ ਕੇ ਵੇਖਿਆ, ਚੰਗੀ ਤਰ੍ਹਾਂ ਟੋਇਆ ਟਾਇਆ, ਕੀ ਵੇਖਦੇ ਆ ਵੀ ਭਾਈ ਜੀਵਨ ਬਿਨਾ ਪ੍ਰਾਣ ਤੋਂ ਹੀ ਇੱਥੇ ਪਿਆ ਹੈ, ਭਾਵ ਕੇ ਸਰੀਰ ਤਿਆਗ ਗਿਆ ਏ। ਦੋਰੇ ਗਏ ਗੁਰੂ ਸੰਗ ਕਹਿਓ, ਜਿਹੜੇ ਦੋ ਤਿੰਨ ਸੇਵਕ ਆਏ ਸਨ, ਇਹ ਦੌੜ ਕੇ ਗਏ ਵੇਖ ਕੇ ਗੁਰੂ ਹਰਿ ਸਾਹਿਬ ਜੀ ਨੂੰ ਖਬਰ ਦਿੱਤੀ। ਜੀਵਨ ਜਾਏ ਅਜੀਵਨ ਲਹਿਓ, ਲੱਗੇ ਮਹਾਰਾਜ ਅਸੀਂ ਡੇਰੇ ਤੇ ਜਾ ਕੇ ਭਾਈ ਜੀਵਨ ਨੂੰ ਵੇਖਿਆ, ਪਰ ਉਹ ਅਜੀਵਨ ਹੈ, ਮਰ ਗਿਆ ਹੈ, ਸਰੀਰ ਤਿਆਗ ਕੇ ਆਏ। ਬਸਤਰ ਅਸ਼ਾਦ ਦੇਹ ਪਰ ਸਾਰੇ, ਆਪਣੀ ਸਾਰੀ ਦੇਹ ਤੇ ਚਾਦਰ ਲੈ ਕੇ ਤੇ ਢੱਕਿਆ ਹੋਇਆ ਸੀ। ਨਿਜ ਸੁਤ ਹਿਤ ਦੇ ਪ੍ਰਾਣ ਨਿਕਾਰੇ, ਤੁਹਾਡਾ ਬਚਨ ਮੰਨ ਕੇ ਮਹਾਰਾਜ ਬ੍ਰਾਹਮਣ ਦੇ ਪੁੱਤਰ ਨੂੰ ਜਿਉਂਦਾ ਕਰਨ ਹਿੱਤ ਉਸ ਜੀਵਨ ਸਿੱਖ ਨੇ ਆਪਣੇ ਪ੍ਰਾਣ ਦੇ ਦਿੱਤੇ ਹਨ। ਸੁਣ ਤਰਸੈ ਗੁਰ ਸਬਨ ਸੁਨਾਇਓ, ਗੁਰੂ ਹਰਿ ਸਾਹਿਬ ਨੇ ਸੁਣਿਆ ਵੀ ਭਾਈ ਭਗਤੂ ਦਾ ਪੁੱਤਰ ਜੀਵਨ ਚੜਾਈ ਕਰ ਗਿਆ, ਸਤਵੇਂ ਪਾਤਸ਼ਾਹ ਗੁੱਸੇ ਵਿੱਚ ਆਏ ਥੋੜਾ ਤੇ ਰੋਸ ਵਿੱਚ ਆ ਕੇ ਸਾਰੀ ਸੰਗਤ ਨੂੰ ਸੁਣਾ ਕੇ ਕਹਿਣ ਲੱਗੇ, ਮਮ ਸੁਤ ਹੱਥ ਦਿਜ ਪੁੱਤਰ ਜਿਵਾਇਓ, ਸਿੱਖੋ ਹੁਣ ਖੁਸ਼ ਹੋ, ਉਸ ਬ੍ਰਾਹਮਣ ਦਾ ਪੁੱਤਰ ਜਿਉਂਦਾ ਕਰਨ ਦੇ ਲਈ ਵਾਰ-ਵਾਰ ਕਹੀ ਜਾਂਦੇ ਸੀ
ਉਹਦਾ ਪੁੱਤਰ ਜਿਉਂਦਾ ਕਰਕੇ ਤੇ ਜਿਹੜਾ ਸਾਡਾ ਪੁੱਤਰ ਹੈ, ਜਿਹੜਾ ਸਾਡਾ ਸਿੱਖ ਸੀ ਭਾਈ ਭਗਤੂ ਗੁਰੂ ਰਾਮਦਾਸ ਜੀ ਦੀ ਅੰਸ਼ ਵਿੱਚੋਂ ਸੀ, ਗੁਰੂ ਘਰ ਦੀ ਅੰਸ਼ ਤੋਂ ਮਹਾਰਾਜ ਨੇ ਦਿੱਤਾ ਸੀ, ਉਹਦਾ ਅੱਗੇ ਪੁੱਤਰ ਸਾਡਾ ਹੀ ਪੁੱਤਰ ਲੱਗਦਾ ਹੈ। ਤੁਸੀਂ ਸਾਡਾ ਪੁੱਤਰ ਲੈ ਕੇ, ਸਾਡਾ ਪੁੱਤਰ ਮਰਵਾ ਕੇ ਉਹ ਬ੍ਰਾਹਮਣ ਦਾ ਪੁੱਤਰ ਜਿਉਂਦਾ ਕੀਤਾ ਹੈ। ਹੁਣ ਖੁਸ਼ ਜੇ, ਹੁਣ ਤੁਹਾਨੂੰ ਸੁਖ ਪ੍ਰਤੀਤ ਹੋ ਰਿਹਾ ਹੈ, ਹੁਣ ਤੁਹਾਨੂੰ ਆਨੰਦ ਆ ਰਿਹਾ ਹੈ ਜਾਂ ਨਹੀਂ ਆ ਰਿਹਾ? ਪ੍ਰਭ ਭਾਣੇ ਕੋ ਮਾਨੇ ਨਾਹੀ। ਇਸ ਤਰ੍ਹਾਂ ਗੁਰੂ ਹਰਿ ਸਾਹਿਬ ਜੀ ਨੇ ਰੋਸ ਦਾ ਬਚਨ ਕਿਹਾ ਵੀ ਤੁਹਾਨੂੰ ਕਿਹਾ ਸੀ ਪਰਮੇਸ਼ਰ ਦਾ ਭਾਣਾ ਮੰਨੋ, ਪਰ ਤੁਸੀਂ ਵਾਹਿਗੁਰੂ ਦੇ ਭਾਣੇ ਨੂੰ ਸਤ ਕਰਕੇ ਨਹੀਂ ਮੰਨਿਆ। ਬੋਲੇ ਨਿਕਟ ਸਪਾਰ ਸਮਾਹੀ। ਸਾਡੇ ਨੇੜੇ ਸਿਫਾਰਿਸ਼ਾਂ ਕਰਦੇ ਸੀ ਵਾਰ-ਵਾਰ ਜੀ ਬਾਹਮਣ ਦਾ ਪੁੱਤ ਜਿਉਂਦਾ ਕਰਦੇ ਹੋ। ਇਤਿਆਦਕ ਬਚਪਨੇ ਕਨੇਰੇ। ਮਹਾਰਾਜ ਨੇ ਹੋਰ ਵੀ ਕਈ ਬਚਨ ਗੁਰੂ ਹਰਿ ਸਾਹਿਬ ਜੀ ਨੇ ਕਹੇ, ਸਿੱਖਾਂ ਨੂੰ ਤਾੜਿਆ। ਅਠੇ ਦਾਸ ਪੁਨ ਤਿਸ ਕੇ ਡੇਰੇ। ਮਹਾਰਾਜ ਨੇ ਆਪਣੇ ਸੇਵਕ ਭੇਜੇ ਵੀ ਜਾਓ ਜਿੱਥੇ ਡੇਰਾ ਹੈ ਭਾਈ ਭਗਤੂ ਦੇ ਪੁੱਤਰ ਜੀਵਨ ਦਾ, ਉੱਥੇ ਜਾਵੋ। ਹੋਏ ਪੁੱਤਰ ਇਸ ਕੋ ਲੈ ਆਵੋ। ਦੇਖੋ ਵੀ ਕੋਈ ਜੀਵਨ ਦਾ ਪੁੱਤਰ, ਕੋਈ ਸੰਤਾਨ ਹੈ ਸੀ, ਜੇ ਹੋਵੇ ਤਾਂ ਉਹਨੂੰ ਲੈ ਕੇ ਸਾਡੇ ਕੋਲ ਆਵੋ। ਸੀਗਰ ਜਾਏ ਸਭ ਸੁਧ ਕੋ ਪਾਵੋ। ਛੇਤੀ ਜਾਓ, ਸਾਰੀ ਖਬਰ ਲੋ, ਪਤਾ ਕਰੋ ਵੀ ਜੀਵਨ ਦੇ ਕਿੰਨੇ ਪੁੱਤਰ ਹੈ, ਜੇ ਕੋਈ ਹੈ ਤਾਂ ਸਾਡੇ ਕੋਲ ਲਿਆਵੋ। ਉਤੇ ਬਿਰਾੜ ਕੁਸਕਤ ਹੈ ਮਿਲੇ। ਸਿੱਖ ਗਏ ਜੀ ਜਿੱਥੇ ਭਾਈ ਜੀਵਨ ਨੇ ਪ੍ਰਾਣ ਤਿਆਗੇ ਆ, ਡੇਰੇ ਆਪਣੇ ਟਿਕਾਣੇ, ਉਥੇ ਬਰਾੜ ਸਿੱਖ ਜਿਹੜੇ ਨਾਲ ਆਏ ਸਨ ਉਹ ਮਿਲੇ, ਉਹਨਾਂ ਨਾਲ ਗੱਲਬਾਤ ਹੋਈ ਸਾਰੀ। ਬੂਝਹਿ ਸਕਲ ਜਾਏ ਕਰ ਭਲੇ। ਗੁਰੂ ਸਾਹਿਬ ਦੇ ਦਾਸਾਂ ਨੇ ਜਾ ਕੇ ਪੁੱਛਿਆ ਵੀ ਮਹਾਰਾਜ ਕਹਿੰਦੇ ਵੀ ਜੀਵਨ ਦੇ ਕਿੰਨੇ ਪੁੱਤਰ ਹਨ? ਗੁਰੂ ਹਕਾਰਤ ਸੁਤ ਇਸ ਜੋਏ। ਜੋ ਵੀ ਇਹ ਭਾਈ ਜੀਵਨ ਦਾ ਪੁੱਤਰ ਹੋਵੇ, ਸਤਿਗੁਰੂ ਹਰਿ ਸਾਹਿਬ ਜੀ ਉਹਨੂੰ ਆਪਣੇ ਕੋਲ ਬੁਲਾ ਰਹੇ ਨੇ। ਇਹਾਂ ਕਿਦੋਂ ਘਰ ਮਹਿਜੇ ਹੋਏ। ਇੱਥੇ ਤੁਹਾਡੇ ਨਾਲ ਆਇਆ ਹੈ ਤਾਂ ਦੱਸ ਦੋ, ਜਾਂ ਜੇ ਕਿਤੇ ਆਪਣੇ ਘਰ ਨਗਰ ਵਿੱਚ ਹੋਵੇ ਤਾਂ ਵੀ ਦੱਸ ਦਿਓ ਗੁਰਾਂ ਨੂੰ। ਸੀਗਰ ਚਲੋ ਲੈ ਕਿਦੋਂ ਘਰੋ। ਜੇ ਇੱਥੇ ਹੀ ਹੈ ਤਾਂ ਕਿਤੇ ਵੀ ਇਹ ਛੇਤੀ ਬੁਲਾਓ ਭਾਈ ਜੀਵਨ ਦੇ ਪੁੱਤਰ ਨੂੰ, ਤੇ ਗੁਰੂ ਹਰਿ ਸਾਹਿਬ ਜੀ ਸੱਦ ਰਹੇ ਨੇ, ਮਹਾਰਾਜ ਕੋਲ ਚੱਲਣਾ ਕਰੋ। ਗੁਰ ਸੋ ਮਿਲ ਪੁਨ ਇਸ ਸੰਸਕਾਰ ਹੋ। ਹੁਕਮ ਹੈ ਵੀ ਪਹਿਲਾਂ ਸਾਡੇ ਨਾਲ ਇਹਦੇ ਪੁੱਤਰ ਦਾ ਮਿਲਾਪ ਕਰਾਓ, ਜਾਂ ਉਹਨਾਂ ਬਰਾੜ ਸਿੱਖਾਂ ਦਾਸਾਂ ਨੇ ਕਿਹਾ ਤੁਸੀਂ ਮਹਾਰਾਜ ਕੋਲ ਚੱਲ ਕੇ ਸਾਰੀ ਗੱਲ ਦੱਸੋ, ਤੇ ਉਹ ਤੋਂ ਬਾਅਦ ਭਾਈ ਜੀਵਨ ਦਾ ਸੰਸਕਾਰ ਦੇਹੀ ਦਾ ਕਰਾਂਗੇ ਆਪਾਂ। ਦਾਸਨ ਸੋ ਬਿਰਾੜ ਚਲ ਆਏ। ਉਸ ਵੇਲੇ ਜਿਹੜੇ ਬਰਾੜ ਸਨ ਭੁੱਚੋ ਨਗਰ ਤੋਂ ਭਾਈ ਜੀਵਨ ਨਾਲ ਚੱਲ ਕੇ ਆਏ, ਉਹ ਗੁਰੂ ਸਾਹਿਬ ਦੇ ਸਿੱਖਾਂ ਦਾ ਸੁਨੇਹਾ ਸੁਣ ਕੇ ਗੁਰੂ ਹਰਿ ਸਾਹਿਬ ਕੋਲ ਆ ਗਏ। ਸਾਡੇ ਹੋਏ ਹਜੂਰ ਬਤਾਏ। ਗੁਰੂ ਹਰਿ ਸਾਹਿਬ ਦੇ ਹਜ਼ੂਰ ਸਾਹਮਣੇ ਹੱਥ ਜੋੜ ਕੇ ਖਲੋ ਕੇ ਕਹਿਣ ਲੱਗੇ, ਬਰਖ ਅਸ਼ਟ 10 ਕੋ ਇਹ ਭਇਓ। ਕਹਿਣ ਲੱਗੇ ਮਹਾਰਾਜ ਇਹ ਜੋ ਜੀਵਨ ਸਿੱਖ ਹੈ ਇਹਦੀ 18 ਵਰ੍ਹਿਆਂ ਦੀ ਉਮਰ ਹੈ, 18ਵਾਂ ਸਾਲ ਹੀ ਪੂਰਾ ਹੋਇਆ ਸੀ ਹਾਲਮਾ। ਅਬ ਕੇ ਇਨ ਮੁਕਲਾਵਾ ਲਿਓ। ਇਹਦੇ ਮਹਾਰਾਜ ਇਹ ਮੁਕਲਾਵਾ ਲੈ ਕੇ ਆਇਆ ਸੀ ਕੁਝ ਮਹੀਨੇ ਪਹਿਲਾਂ। ਅਬ ਲੋ ਪੁੱਤਰ ਨ ਜਨਮਿਓ ਕੋਏ। ਕਰਨਾ ਇਹਦੇ ਘਰ ਚ ਕੋਈ ਸੰਤਾਨ ਹੋਈ ਨਹੀਂ, ਕਿਸੇ ਧੀ ਪੁੱਤਰ ਦਾ ਜਨਮ ਨਹੀਂ ਹੋਇਆ। ਗਰਭਵਤੀ ਇਸ ਕੇ ਕਰ ਜੋਏ। ਉਹ ਅਸੀਂ ਸੁਣਿਆ ਇਹ ਗੱਲ, ਭਾਈ ਜੀਵਨ ਵੀ ਕਹਿੰਦਾ ਸੀ ਵੀ ਗੁਰਾਂ ਅੱਗੇ ਅਰਦਾਸ ਕਰਨੀ ਹੈ ਵੀ ਮੇਰੇ ਜੋ ਘਰ ਵਾਲੀ ਆ ਉਹਨੇ ਗਰਭ ਧਾਰਨ ਕੀਤਾ ਹੈ। ਇਹ ਨਾ ਮਹਾਰਾਜ ਸਾਨੂੰ ਪਤਾ ਹੈ, ਪੁੱਤਰ ਤਾਂ ਕੋਈ ਨਹੀਂ ਹੈ, ਪਰ ਉਹ ਜੋ ਇਹ ਜੀਵਨ ਸਿੱਖ ਹੈ ਭਾਈ ਜੀਵਨ, ਇਹਦੀ ਘਰ ਵਾਲੀ ਨੇ ਗਰਭ ਅਵਸਥਾ ਨੂੰ ਧਾਰਿਆ ਹੋਇਆ ਏ। ਗੁਰ ਦਰਸ਼ਨ ਹਿਤ ਚਲ ਕਰ ਆਇਓ। ਬਾਦਸ਼ਾਹ ਜੀ ਇਹਨਾਂ ਤੁਹਾਡੇ ਦਰਸ਼ਨ ਕਰਨ ਵਾਸਤੇ ਸਾਨੂੰ ਨਾਲ ਲੈ ਕੇ ਆਇਆ। ਗੁਰੂ ਬਾਗ ਤੇ ਤੁਰਤ ਸਮਾਇਓ। ਤੁਹਾਡਾ ਹੀ ਵੇਖੋ ਜਿਵੇਂ ਬਚਨ ਸੀ ਵੀ ਕੋਈ ਆਪਣੇ ਪ੍ਰਾਣ ਦਿਓ, ਤੁਹਾਡਾ ਬਚਨ ਮੰਨ ਕੇ ਝਾਟੀ ਆਪਣਾ ਸਰੀਰ ਤੇ ਆ ਕੇ ਤੁਹਾਡੇ ਚਰਨਾਂ 'ਚ ਹੀ ਸੱਚਖੰਡ ਹੀ ਜਾ ਸਮਾਇਆ ਹੈ। ਸ੍ਰੀ ਹਰਿ ਰਾਏ ਸੁਨਤ ਪੁਨ ਕਹੇ। ਇਹ ਜਦੋਂ ਖਬਰ ਮਿਲੀ ਗੁਰੂ ਹਰਿ ਸਾਹਿਬ ਜੀ ਨੂੰ ਵੀ ਪੁੱਤਰ ਤਾਂ ਕੋਈ ਹੈ ਨਹੀਂ, ਪਰ ਉਹਦੀ ਜੋ ਘਰ ਵਾਲੀ ਆ ਉਹ ਗਰਭ ਅਵਸਥਾ 'ਚ ਹੈ, ਤਾਂ ਸਤਿਗੁਰੂ ਮਹਾਰਾਜ ਨੇ ਉਦੋਂ ਭਲੇ ਦਾ ਬਚਨ ਪਾਰਿਓ, ਪੁਕਾਰ ਦਾ ਵਰਦਾ ਬਚਨ ਕਿਹਾ। ਜੋ ਇਸ ਤ੍ਰਿਆ ਗਰਭ ਮੈਂ ਆਹੇ। ਲੱਗੇ ਚਲੋ ਜੇ ਨਹੀਂ ਵੀ ਸੰਤਾਨ
ਸੰਤਾਨ, ਪਰ ਜੋ ਵੀ ਭਾਈ ਜੀਵਨ ਦੀ ਘਰਵਾਲੀ ਦੇ ਗਰਭ ਵਿੱਚ ਬੱਚਾ ਪਲ ਰਿਹਾ ਹੈ, ਸੰਤ ਦਾਸ ਤਿਸ ਨਾਮ ਰਖੀਜੇ। ਪਹਿਲਾਂ ਤੇ ਸਾਡਾ ਇਹ ਵਚਨ ਚੇਤੇ ਕਰ ਲਓ ਵੀ ਜਦੋਂ ਉਹਦਾ ਜਨਮ ਹੋਇਆ ਉਹਦਾ ਨਾਮ ਸੰਤ ਦਾਸ ਰੱਖਣਾ ਹੈ। ਆਦਿਕ ਬੰਸ ਜੁਤ ਹੋਏ ਜਨੀਜੈ। ਇਹ ਸਾਡਾ ਬੜਾ ਪਿਆਰਾ ਸਿੱਖ ਹੈ ਭਾਈ ਜੀਵਨ, ਤੇ ਭਾਵੇਂ ਇੱਕੋ ਹੀ ਬੱਚਾ ਹੋਵੇਗਾ ਇਹਦਾ ਅੱਗੇ ਸੰਤ ਦਾਸ, ਪਰ ਸਤਵੇਂ ਪਾਤਸ਼ਾਹ ਕਹਿੰਦੇ ਉਹ ਤੋਂ ਅੱਗੇ ਦਾ ਬੰਸ ਬਹੁਤਾ ਹੀ ਵੱਧ ਜੁੜਦਾ, ਜੀਵਨ ਦਾ ਪਰਿਵਾਰ ਟੱਬਰ ਬਹੁਤਾ ਹੀ ਵੱਡਾ ਹੋਵੇਗਾ। ਜਨਮ ਹੈ ਪੁੱਤਰ ਪਿਆਰ ਕਰ ਪਾਰੋ। ਜਦੋਂ ਇਹਦੇ ਘਰ ਵਿੱਚ ਉਹ ਪੁੱਤਰ ਦਾ ਜਨਮ ਹੋਵੇ ਉਹਨੂੰ ਬਹੁਤਾ ਪਿਆਰ ਸਤਿਕਾਰ ਕਰਕੇ ਉਹ ਸੰਤ ਦਾਸ ਨਾਮ ਰੱਖ ਕੇ ਉਹਦੀ ਪਾਲਣਾ ਕਰੋ। ਇਕ ਤੇ ਹਮ ਕਰ ਦੇ ਹਜ਼ਾਰੋਂ। ਪਾਤਸ਼ਾਹ ਕਹਿੰਦੇ ਕੋਈ ਨਹੀਂ, ਜੇ ਇਹਦਾ ਇੱਕੋ ਹੀ ਹੈ ਨਾ, ਉਹ ਇੱਕ ਤੋਂ ਹੀ ਅੱਗੇ ਅਸੀਂ ਹਜ਼ਾਰਾਂ ਹੀ ਕਰਦੇ ਆਂ ਕਿ ਏਡਾ ਵੱਡਾ ਇਹਦਾ ਟੱਬਰ ਬਣਾ ਦਾਂਗੇ। ਇਹਨੇ ਗੁਰੂ ਦਾ ਬਚਨ ਮੰਨਿਆ, ਇਹਨੇ ਗੁਰੂ ਦੇ ਬਚਨ ਤੇ ਕਹੇ ਦੇ ਆਪਣੇ ਪ੍ਰਾਣ ਨਿਸ਼ਾਵਰ ਕਰਦੇ, ਇਸ ਜੀਵਨ ਦੇ ਇੱਕ ਪੁੱਤ ਤੋਂ ਅਸੀਂ ਹਜ਼ਾਰਾਂ ਹੀ ਇਹਦਾ ਖਾਨਦਾਨ ਦਾ ਟੱਬਰ ਕਬੀਲਾ ਕਰਦੇ ਆਂਗੇ, ਹਜ਼ਾਰਾਂ ਦੀ ਗਿਣਤੀ 'ਚ ਲੋਕ ਹੋਣਗੇ। ਬ੍ਰਿੰਦ ਬੰਸ ਫੈਲੇ ਜਗ ਮਾਹੀ। ਬੰਸੇ ਦਾ ਪਰਿਵਾਰ ਜਗਤ ਵਿੱਚ ਸਤਿਗੁਰੂ ਹਰਿ ਸਾਹਿਬ ਕਹਿੰਦੇ ਬਹੁਤ ਜ਼ਿਆਦਾ ਫੈਲੇਗਾ। ਬਰਦੇ ਆਦਿਕ ਦੂਸਰ ਜਿਮ ਨਾਹੀ। ਬਰਦੇ ਅਦਿਕ ਦੂਸਰ ਜਿਮ ਨਾਹੀ, ਕਹਿੰਦੇ ਵੀ ਇਹਦਾ ਪਰਿਵਾਰ ਅਦਿਕ ਵਧੇਗਾ। ਜਿਹੜਾ ਦੂਸਰਾ ਹੈ ਨਾ ਦੌਰਾ, ਉਹਦਾ ਨਹੀਂ ਇੰਨਾ ਟੱਬਰ ਵਧੂਗਾ, ਪਰ ਇਹ ਭਾਈ ਜੀਵਨ ਦਾ ਟੱਬਰ ਕਬੀਲਾ ਇਹ ਬਹੁਤ ਸੰਖਿਆ ਹੋਵੇਗੀ ਇਹਨਾਂ ਦੀ। ਔਰ ਪਰਸਨ ਹੋਵੇ ਕਰ ਬਰ ਦੀਨੇ। ਮਹਾਰਾਜ ਨੇ ਖੁਸ਼ ਹੋ ਕੇ ਐਸੇ ਵਾਰ ਬਖਸ਼ੇ ਭਾਈ ਜੀਵਨ ਦੇ ਤਾਈ। ਸੋ ਅਬ ਜਾਹਰ ਜਗ ਮਹਿ ਚੀਨੇ। ਭਾਈ ਸੰਤੋਖ ਸਿੰਘ ਜੀ ਜਦੋਂ ਕਥਾ ਲਿਖ ਰਹੇ ਸੀ ਨਾ, ਉਹਨਾਂ ਨੇ ਉੱਥੇ ਜਾ ਕੇ ਵੇਖਿਆ ਤੇ ਉਹਦੀ ਗਵਾਹੀ ਦਿੰਦੇ ਆ ਵੀ ਸੰਗਤ ਜੀ ਜੋ ਗੁਰਾਂ ਨੇ ਕਿਹਾ ਉਹ ਜ਼ਾਹਰ ਹੀ ਵੇਖਣ ਵਿੱਚ ਆਉਂਦਾ ਹੈ, ਜ਼ਾਹਰ ਹੀ ਪਤਾ ਲੱਗਦਾ ਹੈ ਕਿ ਇਹਦਾ ਟੱਬਰ ਬਹੁਤ ਹੀ ਵੱਡਾ ਹੈ। ਭਗਤੋ ਸੁਤ ਗੋਰਾ ਬੜ ਜੋਏ। ਭਾਈ ਭਗਤੂ ਦਾ ਜਿਹੜਾ ਵੱਡਾ ਪੁੱਤਰ ਗੌਰਾ ਹੈ, ਤਾਹੇ ਬਸ ਬੀਸਕ ਨਰ ਸੋਏ। ਸੰਤੋਖ ਸਿੰਘ ਜੀ ਕਹਿੰਦੇ ਅਸੀਂ ਜਾ ਕੇ ਵੇਖਿਆ ਉਹਦੀ ਬੰਸ਼ ਦੇ 20 ਕੀ ਮਨੁੱਖ ਹੈ, ਇਹ ਤੋਂ ਵੱਧ ਨਹੀਂ ਟੱਬਰ, ਬਸ ਇੰਨੇ ਕੀ ਰਹਿੰਦੇ ਹਨ। ਸੰਤ ਦਾਸ ਜੋ ਜੀਵਨ ਕੇਰਾ। ਜੋ ਭਾਈ ਭਗਤੂ ਦਾ ਪੁੱਤਰ ਜੀਵਨ ਤੇ ਜੀਵਨ ਤੋਂ ਅੱਗੇ ਸੰਤ ਦਾਸ ਜਿਹੜਾ ਗੁਰੂ ਹਰਿ ਸਾਹਿਬ ਦੇ ਵਰ ਦੇ ਨਾਲ ਹੋਇਆ, ਤਿਸ ਕੋ ਬੰਸ ਹਜ਼ਾਰ ਹੋਏਰਾ। ਬੰਸ ਦੇ ਹਜ਼ਾਰਾਂ ਹੀ ਮਨੁੱਖ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਖੁਦ ਜਾ ਕੇ ਵੇਖੇ ਹਨ। 3 ਗ੍ਰਾਮ ਬਸ ਨਾਹੇ ਸਮਾਵੇ। ਨਗਰ ਵਸਦੇ ਨੇ। ਕਵੀ ਸੰਤੋਖ ਸਿੰਘ ਜੀ ਦਾ ਇਹ ਹੈ ਵੀ ਜਦੋਂ ਕਥਾ ਕਿਸੇ ਕੋ ਸੁਣੀ ਹੋਵੇ ਉੱਥੇ ਲਿਖ ਦਿੰਦੇ ਵੀ ਮੈਂ ਫਲਾਣੇ ਕੋ ਸੁਣਿਆ ਇੱਕ, ਜਿੱਥੇ ਆਪ ਜਾ ਕੇ ਵੇਖਿਆ ਹੋਵੇ ਉੱਥੇ ਲਿਖ ਦਿੰਦੇ ਵੀ ਮੈਂ ਅੱਖੀ ਵੇਖਿਆ। ਤੇ ਹੁਣ ਆਂਦੇ ਅਸੀਂ ਅੱਖੀ ਵੇਖਿਆ, ਉਹ ਸੰਤ ਦਾਸ ਦਾ ਟੱਬਰ ਕਬੀਲਾ ਗਾਂਹੀ ਗਾਂ ਪੋਤਰੇ ਪੜਪੋਤਰੇ ਏਡਾ ਟੱਬਰ ਵਧਿਆ ਹੋਇਆ ਹੈ ਵੀ 3 ਪਿੰਡ ਵਸੇ ਨੇ ਉਹਦੇ। ਇਹ 3 ਪਿੰਡਾਂ 'ਚ ਵੀ ਸਮਾਉਂਦੇ ਨਹੀਂ, ਇੰਨੀ ਗਿਣਤੀ ਆਬਾਦੀ ਵੱਧਦੀ ਜਾ ਰਹੀ ਗੁਰੂ ਹਰਿ ਸਾਹਿਬ ਦੇ ਬਚਨਾਂ ਸਦਕਾ। ਬਹੁਰ ਅਗਾਰੀ ਬਦ ਤੋ ਜਾਵੇ। ਅੱਗੇ ਵੱਧਦਾ ਹੀ ਜਾ ਰਿਹਾ ਹੈ। 3 ਨਗਰ ਤਾਂ ਉਦੋਂ ਭਾਈ ਸੰਤੋਖ ਸਿੰਘ ਨੇ ਜਦੋਂ ਵੇਖੇ ਉਦੋਂ ਦੇ ਕਹੇ ਨੇ, ਬਾਅਦ ਤਾਂ ਸਾਧ ਸੰਗਤ ਹੋਰ ਵੀ ਕਈ ਨਗਰ ਵਸੇ ਹੋਣੇ ਹਨ, ਇਹ ਖੋਜ ਕੀਤਿਆਂ ਪਤਾ ਲੱਗ ਸਕਦਾ ਏ। ਜਿਸ ਪ੍ਰਕਾਰ ਬਰ ਗੁਰੂ ਉਬਾਚਾ। ਜਿਵੇਂ ਕਵੀ ਜੀ ਕਹਿੰਦੇ ਗੁਰੂ ਹਰਿ ਸਾਹਿਬ ਜੀ ਨੇ ਵਰ ਦਿੱਤਾ ਸੀ, ਜਗਤ ਪ੍ਰਸਿੱਧ ਦੇਖ ਲਿਓ ਸਾਚਾ। ਵੇਖ ਲੋ ਭਾਈ ਆਪਣੇ ਸਮੇਂ ਦੇ ਸਿੱਖਾਂ ਨੂੰ ਕਹਿੰਦੇ ਆ ਵੀ ਉਹ ਸੱਚਾ ਹੀ ਬਚਨ ਹੈ। ਹੁਣ ਵੀ ਵੇਖ ਲੋ ਜਾ ਕੇ, ਜਗ ਵਿੱਚ ਪ੍ਰਸਿੱਧ ਹੈ, ਫਿਰ ਸੱਚਾ ਬਚਨ ਹੈ ਵੀ ਗੁਰੂ ਸਾਹਿਬ ਦੇ ਕਹਿਣ ਤੇ ਭਾਈ ਜੀਵਨ ਦੀ ਭਾਈ ਭਗਤੂ ਦੀ ਬਹੁਤ ਹੀ ਬੰਸ ਵੱਧ ਗਈ। ਪੁਨ ਭਾਈ ਜੀਵਨ ਸੰਸਕਾਰਾ। ਇਸ ਤਰ੍ਹਾਂ ਵਿੱਚ ਆਪਣੇ ਵੱਲ ਜਾਣਕਾਰੀ ਦੇ ਕੇ ਕਵੀ ਜੀ ਹੁਣ ਦੱਸਦੇ ਹਨ ਵੀ ਜਦੋਂ ਵਾਰ ਬਖਸ਼ਦੇ ਸਤਵੇਂ ਪਾਤਸ਼ਾਹ ਨੇ ਫਿਰ ਭਾਈ ਜੀਵਨ ਦਾ ਮਹਾਰਾਜ ਨੇ ਆਪਣੇ ਹੱਥੀਂ ਸੰਸਕਾਰ ਕਰਵਾਇਆ। ਜਿਨ ਦੇ ਪ੍ਰਾਨ ਕੀਨ ਉਪਕਾਰਾ। ਜਿਹਨੇ ਪਰਉਪਕਾਰ ਹਿਤ ਆਪਣੇ ਪ੍ਰਾਣ ਨਿਸ਼ਾਵਰ ਕਰ ਦਿੱਤੇ ਗੁਰੂ ਚਰਨਾਂ ਤੇ। ਸਤਿਗੁਰ ਧੰਨ ਸਿੱਖ ਪੀ ਧੰਨੇ। ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਗੁਰੂ ਹਰਿ ਸਾਹਿਬ ਜੀ। ਧੰਨ ਸਤਿਗੁਰੂ ਸਾਹਿਬ ਜੀ ਦੇ ਐਸੇ ਪਰਉਪਕਾਰੀ ਸਿੱਖ। ਪ੍ਰਭ ਕੇ ਬਾਗਦਾਸ ਜਿਨ ਮੰਨੇ। ਪ੍ਰਭੂ ਜਾਣ ਕੇ ਗੁਰੂ ਸਾਹਿਬ ਜੀ ਨੂੰ ਤੇ ਸਿੱਖ ਦਾਸ ਬਣ ਕੇ ਮਹਾਰਾਜ ਦੇ ਬਚਨਾਂ ਨੂੰ ਮੰਨਦੇ ਨੇ ਵੀ ਸਾਡੇ ਗੁਰੂ ਜੀ ਰੱਬ ਰੂਪ ਹਨ। ਇਹ ਸੇਵਕ ਆਪਣੇ ਗੁਰਾਂ ਦਾ ਕਹਿਆ ਸਤ ਕਰਕੇ ਮੰਨਦੇ ਹਨ। ਧੰਨ ਐਸੇ ਗੁਰੂ, ਧੰਨ ਐਸੇ ਗੁਰੂ ਦੇ ਸਿੱਖ।
ਸ੍ਰੀ ਹਰਿ ਰਾਇ ਸੋ ਕੀਰਤ ਝੂਲੀ। ਗੁਰੂ ਹਰਿ ਸਾਹਿਬ ਜੀ ਦੀ ਐਵੇਂ ਬਹੁਤ ਹੀ ਕੀਰਤੀ ਝੂਲ ਰਹੀ, ਫੈਲ ਰਹੀ ਹੈ। ਇਸ ਤਰ੍ਹਾਂ ਕੌਤਕ ਕਰਨੇ ਕਰਕੇ ਘਰ ਘਰ ਮਨ ਹੋ ਮਾਲਤੀ ਫੂਲੀ। ਕਵੀ ਜੀ ਉਦਾਹਰਣ ਦਿੰਦੇ ਜਿਵੇਂ ਮਾਲਤੀ ਦੇ ਫੁੱਲ ਘਰ ਘਰ ਦੇ ਵਿੱਚ ਖਿੜੇ ਹੋਣ, ਚਿੱਟੇ ਰੰਗ ਦੇ ਹੁੰਦੇ ਆ। ਇਹ ਕਹਿੰਦੇ ਜਿਵੇਂ ਮਾਲਤੀ ਦੀ ਫੁੱਲ ਦੀਆਂ ਵੇਲਾਂ ਘਰ ਘਰ ਵਿੱਚ ਵਧੀਆਂ ਹੋਣ, ਐਵੇਂ ਗੁਰੂ ਦੀ ਵਡਿਆਈ ਵੱਧ ਰਹੀ ਹੈ। ਦੇਸ ਬਦੇਸਨ ਐਸੇ ਭਈ। ਦੇਸ਼ਾਂ ਪ੍ਰਦੇਸ਼ਾਂ ਗੁਰੂ ਹਰਿ ਸਾਹਿਬ ਦਾ ਜਸ ਇਸ ਤਰ੍ਹਾਂ ਵਧਿਆ ਹੈ। ਪ੍ਰਾਂਤ ਮਰਾਲਨ ਜਨ ਉੱਡ ਗਈ। ਨਾਲੋਂ ਵੀ ਜਿਵੇਂ ਹੰਸਾਂ ਦੀ ਡਾਰ ਆਕਾਸ਼ ਵਿੱਚ ਉੱਡ ਕੇ ਜਾਂਦੀ, ਜਦੋਂ ਹੰਸ ਡਾਰ ਬੰਨ ਕੇ ਉੱਡਣ ਨਾ ਪੰਛੀ ਤਾਂ ਬੜੇ ਸੋਹਣੇ ਲੱਗਦੇ ਆ ਨਾ, ਇੱਕ ਦੇਸ਼ ਤੋਂ ਦੂਜੇ ਦੇਸ਼ ਚਲੇ ਜਾਂਦੇ ਆ। ਐਵੇਂ ਗੁਰੂ ਹਰਿ ਸਾਹਿਬ ਜੀ ਦਾ ਜਸ ਇੱਕ ਦੇਸ਼ ਤੋਂ ਦੂਜੇ ਦੇਸ਼ਾਂ ਤੱਕ ਫੈਲ ਰਿਹਾ, ਮਾਨੋ ਹੰਸ ਉਡਾਰੀਆਂ ਮਾਰ ਰਹੇ ਹੋਣ। ਕਿਦੋ ਚੰਦਰ ਕਾ ਜਗਤ ਬਿਥਾਰੀ। ਜਾਂ ਫਿਰ ਚੰਦਰਮਾ ਦੀ ਚਾਂਦਨੀ ਜਿਵੇਂ ਜਗਤ ਵਿੱਚ ਖਿਦਰ ਜਾਂਦੀ ਨਾ ਪੁੰਨਿਆਂ ਵਾਲੇ ਦੇਣ, ਇਸ ਤਰ੍ਹਾਂ ਮਹਾਰਾਜ ਦੀ ਵਡਿਆਈ ਸਤਿਗੁਰੂ ਹਰਿ ਸਾਹਿਬ ਦੀ ਕੀਰਤੀ ਫੈਲ ਰਹੀ ਹੈ। ਸੋ ਜਨ ਸਕੋਰਨ ਕੋ ਸੁਖਕਾਰੀ। ਸੁਜਨ ਚਕੋਰਨ ਕੋ ਸੁਖਕਾਰੀ। ਤੇ ਜਿਹੜੇ ਸ੍ਰੇਸ਼ਟ ਜਨ ਸਿੱਖ ਨੇ ਮਹਾਰਾਜ ਸਾਹਿਬ ਜੀ ਦੇ, ਉਹ ਚਕੋਰਾਂ ਦੀ ਨਿਆਈ ਹਨ। ਤੇ ਜਿਵੇਂ ਚਕੋਰ ਨੂੰ ਚੰਦਰਮਾ ਦੀ ਚਾਂਦਨੀ ਨਾਲ ਮੁਹੱਬਤ ਹੁੰਦੀ ਹੈ, ਇਸੇ ਤਰ੍ਹਾਂ ਸਿੱਖਾਂ ਨੂੰ ਗੁਰੂ ਸਾਹਿਬ ਦੀ ਵਡਿਆਈ ਨਾਲ ਪ੍ਰੇਮ ਹੈ। ਦਿਜ ਆਨੰਦ ਪਾਨੰਦਨ ਜੀਓ। ਉਧਰ ਬ੍ਰਾਹਮਣ ਦਾ ਜਦੋਂ ਪੁੱਤਰ ਜਿਉਂਦਾ ਹੋਇਆ ਤੇ ਉਹਨੇ ਬਹੁਤਾ ਹੀ ਆਨੰਦ ਮੰਨਿਆ, ਬਹੁਤੀ ਖੁਸ਼ੀ ਦੇ ਵਿੱਚ ਆ ਗਿਆ। ਮਨੋ ਅੰਮ੍ਰਿਤਕ ਨੇ ਅੰਮ੍ਰਿਤ ਪੀਓ। ਇਸ ਤਰ੍ਹਾਂ ਖੁਸ਼ੀ ਆਈ ਹੈ ਵੀ ਜਿਵੇਂ ਮਰੇ ਨੇ ਅੰਮ੍ਰਿਤ ਪੀ ਲਿਆ ਹੋਵੇ ਤੇ ਜਿਉਂਦਾ ਹੋ ਜਾਂਦਾ ਹੈ। ਇਹਦਾ ਪੁੱਤਰ ਬੈਠ ਗਿਆ ਉੱਠ ਕੇ। ਇਮ ਬਾਸੇ ਗੁਰਪੁਰ ਕਰਤਾਰਾ। ਇਸ ਤਰ੍ਹਾਂ ਖੇਡਾਂ ਹੋਈਆਂ, ਗੁਰੂ ਹਰਿ ਸਾਹਿਬ ਕਰਤਾਰਪੁਰ ਵਿੱਚ ਵਸ ਰਹੇ ਹਨ। ਕਰੇ ਚਰਿਤ੍ਰ ਅਨੇਕ ਪ੍ਰਕਾਰਾ। ਕਈ ਚਰਿੱਤਰ ਗੁਰੂ ਹਰਿ ਸਾਹਿਬ ਨੇ ਕਈ ਕੌਤਕ ਕਰ ਰਹੇ ਨੇ। ਕੇਤਕ ਬਾਸਰ ਬਾਹਰ ਬਿਤਾਏ। ਇਹ ਕਹਿੰਦੇ ਵੀ ਇਸ ਘਟਨਾ ਤੋਂ ਬਾਅਦ ਕਈ ਦਿਨ ਕਰਤਾਰਪੁਰ ਮਹਾਰਾਜ ਨੂੰ ਲੰਘ ਗਏ। ਦਾਸ ਉਧਾਰਤ ਹੈ ਸਮੁਦਾਏ। ਸਿੱਖ ਸੇਵਕ ਦਾਸ ਜੋ ਵੀ ਸ਼ਰਨ ਆਉਂਦੇ ਸਭ ਦਾ ਉਧਾਰ ਕਰਦੇ ਹਨ। ਇੱਕ ਦਿਨ ਵਹਿਰ ਕੂਪ ਗੁਰ ਕੇਰਾ। ਇੱਕ ਦਿਨ ਦੀ ਗੱਲ ਹੈ ਵੀ ਬਾਹਰ ਨਗਰ ਤੋਂ ਖੂਹ ਸੀ, ਹੁਣ ਤਾਂ ਉਹ ਖੂਹ ਇਤਿਹਾਸਕ ਨਗਰ ਦੇ ਵਿੱਚ ਹੀ ਆ ਗਿਆ ਕਰਤਾਰਪੁਰ, ਪਰ ਉਹ ਬਾਹਰ ਹੁੰਦਾ ਸੀ। ਗੁਰੂ ਦਾ ਖੂਹ, ਗੁਰੂ ਦਾ ਬਾਗ, ਦੋਵੇਂ ਸਥਾਨ ਨੇੜੇ ਨੇੜੇ ਹੀ ਹਨ। ਇੱਕ ਦਿਨ ਬਾਹਰ ਖੂਹ ਜਿੱਥੇ ਸੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਹੱਥੀਂ ਲੱਗਾ। ਸ਼ੱਕਰ ਗੰਗ ਜਹ ਪਨਕ ਹੇਰਾ। ਇਸ ਦਾ ਨਾਮ ਸ਼ੱਕਰ ਗੰਗ ਸੀ, ਜਾਂ ਗੰਗਸਰ ਵੀ ਕਹਿੰਦੇ ਸਨ। ਗੰਗਸਰ ਗੰਗਾ ਤੋਂ ਲਿਆ ਸੀ ਵੀ ਜਿਵੇਂ ਉਹ ਪਵਿੱਤਰ ਮੰਨੀ ਜਾਂਦੀ ਹੈ, ਐਵੇਂ ਵੀ ਇਹ ਗੰਗਾ ਦੀ ਨਿਆਈ ਹੈ। ਤੇ ਸਾਰੇ ਸ਼ੱਕਰ ਤਾਂ ਕਹਿੰਦੇ ਸੀ ਇਹਦਾ ਪਾਣੀ ਬੜਾ ਸਵਾਦ ਦਾ ਸਾਫ਼ ਸੀ, ਇਸ ਕਰਕੇ ਸ਼ੱਕਰ ਵਰਗਾ ਮਿੱਠਾ ਸਵਾਦ ਦਾ ਪਾਣੀ ਹੋਣ ਕਰਕੇ ਤੇ ਗੰਗਸਰ ਵੀ ਤੇ ਸ਼ੱਕਰ ਗੰਗ, ਇਹ ਦੋਵੇਂ ਨਾਮ ਇਸ ਖੂਹ ਦੇ ਪ੍ਰਸਿੱਧ ਹੋਏ। ਸੋ ਇਸ ਤਰ੍ਹਾਂ ਗੁਰੂ ਹਰਿ ਸਾਹਿਬ ਜੀ ਉਸ ਸਥਾਨ ਤੇ ਗਏ ਨੇ ਪੁੰਨਕ ਹੇਰਾ, ਜਿਹਦਾ ਨਾਮ ਗੰਗਸਰ ਹੈ। ਤੇ ਬਹੁਤਾ ਹੀ ਪੁੰਨ, ਬਹੁਤਾ ਹੀ ਉਹਦਾ ਮਹਾਤਮ ਹੈ। ਪੰਡਿਤ ਤਾਰਾ ਸਿੰਘ ਨਰੋਤਮ ਨੇ ਲਿਖਿਆ ਵੀ 1656 ਬਿਕਰਮੀ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਖੂਹ ਲਵਾਇਆ ਸੀ ਕਰਤਾਰਪੁਰ। ਸੋ ਇਸ ਪ੍ਰਕਾਰ ਦੇ ਨਾਲ ਉਸ ਖੂਹ ਤੇ ਗੁਰੂ ਹਰਿ ਸਾਹਿਬ ਜੀ ਗਏ ਹਨ। ਤ੍ਰਿਤੀ ਜਾਮ ਮਹਿ ਸਤਿਗੁਰ ਗਏ। ਪੈਰ ਸਵਾ ਪੈਰ ਰਾਤ ਰਹਿ ਗਈ ਤਾਂ ਸਤਿਗੁਰੂ ਉਸ ਗੰਗਸਰ ਖੂਹ ਦੇ ਉੱਤੇ ਇਸ਼ਨਾਨ ਕਰਨ ਵਿੱਚ ਪਹੁੰਚੇ। ਵੇਖ ਰਮਣੀਕ ਥਾਨ ਥਿਤ ਭਏ। ਰਮਣੀਕ ਸਥਾਨ ਵੇਖ ਕੇ ਉੱਥੇ ਹੀ ਮਹਾਰਾਜ ਨੇ ਆਪਣਾ ਟਿਕਾਣਾ ਕੀਤਾ। ਸੋਚ ਇਸ਼ਨਾਨ ਕਰਿਓ ਹਰਿ ਖਾਏ। ਕਰਿਆ ਸੋਧ ਕੇ ਖੂਹ ਦੇ ਜਲ ਦੇ ਨਾਲ ਇਸ਼ਨਾਨ ਕੀਤਾ। ਸਾਫ ਸਵੱਛ ਨਿਰਮਲ ਜਲ ਵੇਖ ਕੇ ਗੁਰੂ ਹਰਿ ਸਾਹਿਬ ਬਹੁਤ ਹੀ ਖੁਸ਼ ਪ੍ਰਸੰਨ ਹੋਏ। ਬੈਠ ਬਹੁਰ ਦੀਵਾਨ ਲਗਾਏ। ਕਹਿ ਕੇ ਮਹਾਰਾਜ ਨੇ ਫਿਰ ਉਹ ਖੂਹ ਦੇ ਕੰਢੇ ਤੇ ਦੀਵਾਨ ਸਜਾ ਲਿਆ ਵੀ ਅੱਜ ਇੱਥੇ ਹੀ ਸੰਗਤਾਂ ਆ ਜਾਵੋ ਸਭ। ਉਤੇ ਬਿਰਧ ਜਿਨ ਇਕਟ ਨਿਹਾਰੇ। ਜਦੋਂ ਦੀਵਾਨ ਸਜਿਆ ਦੇ ਨਗਰ ਦੇ ਬਿਰਧ ਸਿੱਖ ਵੀ ਸਨ, ਜਿਹੜੇ ਬਜ਼ੁਰਗ ਹੋ ਗਏ ਆ, ਉਹਨਾਂ ਨੂੰ ਸਤਵੇਂ ਪਾਤਸ਼ਾਹ ਨੇ ਵੇਖਿਆ। ਤਿਨ ਭੋਜਨ ਹਿਤ ਬੈਨ ਉਚਾਰੇ। ਉਹਨਾਂ ਨੂੰ ਪੁੱਛਣ ਵਾਸਤੇ ਗੁਰੂ ਹਰਿ ਸਾਹਿਬ ਜੀ ਨੇ ਬਚਨ ਕੀਤਾ ਵੀ ਹੇ ਬਜ਼ੁਰਗ ਲੋਕੋ, ਸ੍ਰੀ ਅਰਜਨ ਗੁਰ ਬੜੇ ਹਮਾਰੇ। ਜਿਹੜੇ ਸਾਡੇ ਵੱਡੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਹੋਏ ਹਨ।
ਜਗ ਪਰ ਜਿਨਹੁ ਕੀਨ ਉਪਕਾਰੇ। ਜਗ ਤੇ ਵੇਖੋ ਬਹੁਤ ਹੀ ਪਾਰੇ ਉਪਕਾਰ ਕੀਤੇ ਨੇ, ਜਿਨ੍ਹਾਂ ਨੇ ਜਗਤ ਦੀ ਕਲਿਆਣ ਦੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਤਰ ਕਰਕੇ ਰਚਨਾ ਕੀਤੀ ਹੈ। ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਰਚਨਾ ਕਰਕੇ ਤੇ ਉਹਦੇ ਵਿੱਚ ਗੁਰਬਾਣੀ ਦਾ ਸਰੂਪ ਸਦਾ ਲਈ ਪ੍ਰਗਟ ਕਰਕੇ ਕੀਰਤਨ ਕਰਨ ਦੀ ਮਰਿਆਦਾ ਆਰੰਭ ਕੀਤੀ ਹਰਿਮੰਦਰ ਦੇ ਅੰਦਰ। ਆਪ ਕੀਰਤਨ ਕਰਦੇ ਰਹੇ, ਅੰਮ੍ਰਿਤ ਸਰੋਵਰ ਪੱਕਿਆ ਕਰਾਇਆ, 5 ਸਰੋਵਰ ਅੰਮ੍ਰਿਤਸਰ ਸਾਹਿਬ ਜੀ ਦੇ ਸੰਪੂਰਨ ਕੀਤੇ, ਤਰਨਤਾਰਨ ਸਾਹਿਬ ਤੀਰਥ ਰਚਿਆ, ਹੋਰ ਵੀ ਪਰਉਪਕਾਰ ਕੀਤੇ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ। ਉਹ ਪਰਉਪਕਾਰੀ ਸਤਿਗੁਰੂ ਜੋ ਸਾਡੇ ਵੱਡੇ ਹੋਏ ਹਨ। ਜਿਸ ਪ੍ਰਕਾਰ ਇਹ ਕੂਪ ਲਗਾਇਓ। ਜਿਹੜਾ ਖੂਹ ਹੈ, ਜਿਹੜਾ ਗੰਗਸਰ ਸ਼ੰਕਰ ਗੰਗ, ਜਿਸ ਪ੍ਰਕਾਰ ਪੰਜਵੇਂ ਪਾਤਸ਼ਾਹ ਨੇ ਖੂਹ ਪ੍ਰਗਟ ਕੀਤਾ, ਇਹ ਲਗਾਉਣਾ ਕੀਤਾ। ਫਲ ਵਿਸਾਲ ਇਸ਼ਨਾਨ ਬਤਾਇਓ। ਇਹਦੇ ਵਿੱਚ ਇਸ਼ਨਾਨ ਕਰਨ ਦਾ ਬਹੁਤਾ ਫਲ ਮਹਾਤਮ ਦੱਸਿਆ ਵੀ ਸਿੱਖਾਂ ਨੂੰ ਗੰਗਾ ਜਾਣ ਦੀ ਲੋੜ ਨਹੀਂ, ਖੂਹ ਦੇ ਨਾਲੋਂ ਗੰਗਾ ਤੋਂ ਵੱਧ ਫਲ ਮਿਲ ਜੇਗਾ। ਸੋ ਤੁਮ ਜਾਣਤ ਹਮੇ ਬਤਾਵੋ। ਕਹਿੰਦੇ ਤੁਸੀਂ ਬਜ਼ੁਰਗ ਹੋ, ਪੁਰਾਣੇ ਸਮੇਂ ਤੋਂ ਨਗਰ ਚ ਰਹਿੰਦੇ ਹੋ, ਜੇ ਤੁਸੀਂ ਜਾਣਦੇ ਹੋ, ਕੋਈ ਸੁਣਿਆ ਵੇਖਿਆ ਆਪਣੇ ਵੱਡਿਆਂ ਤੋਂ ਜਾਂ ਆਪ ਵੇਖਿਆ ਤਾਂ ਸਾਨੂੰ ਖੂਹ ਲੱਗਣ ਦੀ ਕਥਾ ਦੱਸੋ। ਮਹਿਮਾ ਮਹਾ ਮਹਾਨ ਸੁਣਾਵੋ। ਇਹਦਾ ਜਿੰਨਾ ਵੀ ਮਹਾਤਮ ਹੈ ਸੋ ਤੁਮ ਉਹ ਸਾਰਾ ਹੀ ਮਹਿਮਾ, ਉਹ ਸਾਰਾ ਮਹਾਨ ਤੋਂ ਮਹਾਨ ਮਹਾਤਮ ਸਾਨੂੰ ਬੋਲ ਕੇ ਦੱਸੋ। ਔਰ ਜਨ ਬ੍ਰਿਧ ਜੋ ਥੇ ਤਿਸ ਕਾਲ। ਗੁਰੂ ਸਾਹਿਬ ਦੇ ਦਰਬਾਰ ਵਿੱਚ ਜਿਹੜੇ ਬਿਰਧ ਅਵਸਥਾ ਦੇ, ਬਜ਼ੁਰਗ ਅਵਸਥਾ ਦੇ ਸਿੱਖ ਬੈਠੇ ਹੋਏ ਸਨ, ਕਰਤਾਰਪੁਰ ਨਿਵਾਸੀ, ਜੋ ਜਾਣਤ ਸਭ ਕੂਪ ਹਵਾਲ। ਖੂਹ ਲੱਗਣ ਦਾ, ਗੰਗਸਰ ਦਾ ਸਾਰਾ ਹਵਾਲ ਜਾਣਦੇ ਸਨ। ਸੋ ਸਤਿਗੁਰ ਕੀ ਆਗਿਆ ਪਾਏ। ਗੁਰੂ ਸਾਹਿਬ ਦੀ ਆਗਿਆ ਲੈ ਕਰਕੇ ਬੋਲੇ ਹੱਥ ਜੋਰ ਸਿਰ ਨਿਆਏ। ਜੋੜ ਕੇ ਸਿਰ ਨਵਾ ਕੇ ਸਤਵੇਂ ਪਾਤਸ਼ਾਹ ਨੂੰ ਕਹਿੰਦੇ ਹਨ, ਸ੍ਰੀ ਪ੍ਰਭ ਜੀ ਤੁਮੇ ਅੰਤਰ ਜਾਮੀ। ਮਹਾਰਾਜ ਪਹਿਲੀ ਗੱਲ ਤਾਂ ਇਹ ਆ, ਤੁਸੀਂ ਤਾਂ ਅੰਤਰ ਜਾਮੀ ਹੋ, ਤੁਹਾਡੇ ਤੋਂ ਗੱਲ ਕੋਈ ਲੁਕੀ ਛਿਪੀ ਰਹਿ ਨਹੀਂ ਸਕਦੀ। ਭੂਤ ਭਵਿਖ ਲਖੋ ਪ੍ਰਭ ਸੁਆਮੀ। ਕਿੰਨੇ ਸਮਿਆਂ ਦੀ ਮਹਾਰਾਜ ਭੂਤ ਭਵਿਖ ਵਰਤਮਾਨ ਜੋ ਵੀ ਵਰਤਿਆ ਵਰਤਣਾ ਦੇ ਵਰਤੇਗਾ ਉਹ ਆਪ ਜਾਣਦੇ ਹੋ। ਤੁਮ ਆਗੇ ਹਮ ਕਹਾਂ ਵਿਚਾਰੇ। ਵਿਚਾਰੇ ਮਹਾਰਾਜ ਕਲਯੁਗੀ ਜੀਵ ਤੁਹਾਡੇ ਅੱਗੇ ਕੀ ਹੈ ਵੀ ਤੁਹਾਨੂੰ ਕੋਈ ਗੱਲ ਦੱਸੀਏ ਬੋਲ ਕੇ। ਜੋ ਬੀਤਿਓ ਬਰਤਾਂਤ ਉਚਾਰੇ। ਇਹ ਵੀ ਹੁਕਮ ਮੰਨ ਕੇ ਜਿਵੇਂ ਬੀਤਿਆ ਹੋਇਆ ਬਰਤਾਂਤ ਹੈ, ਜੋ ਬੀਤਿਓ ਬਰਤਾਂਤ ਉਚਾਰੇ। ਮਹਾਰਾਜ ਤੁਹਾਡੇ ਅੱਗੇ ਅਸੀਂ ਬੀਤਿਆ ਹੋਇਆ ਬਰਤਾਂਤ ਉਚਾਰ ਕੇ ਵੀ ਕਿਵੇਂ ਕਹਿ ਸਕਦੇ ਹਾਂ। ਤੁਸੀਂ ਭੂਤਕਾਲ ਦੇ ਸਾਰੇ ਕੌਤਕ ਜਾਣਦੇ, ਅੰਤਰਜਾਮੀ ਹੋ। ਜੇ ਤੱਕ ਗੁਪਤ ਵਿਦਤ ਹੈ ਬਾਤ। ਜਿੰਨੀਆਂ ਵੀ ਮਹਾਰਾਜ ਗੁਪਤ ਗੱਲਾਂ ਹੁੰਦੀਆਂ, ਜਿੰਨੀਆਂ ਵੀ ਪ੍ਰਗਟ ਗੱਲਾਂ ਹੁੰਦੀਆਂ ਹਨ, ਉਹ ਸਾਰਾ ਕੁਝ ਹੀ ਕਰ ਬਦਰੀ ਫਲ ਸਮ ਬਖਿਆਤ। ਜਿਵੇਂ ਬੇਰੀ ਦਾ ਫਲ ਹੁੰਦਾ ਹੈ, ਬੇਰ ਉਹ ਰੱਖਿਆ ਹੋਵੇ ਹੱਥ ਦੀ ਤਲੀ ਤੇ, ਉਹ ਸਾਹਮਣੇ ਦਿਖਦਾ ਹੈ ਨਾ, ਇਹ ਮਹਾਰਾਜ ਹੱਥ ਦੀ ਤਲੀ ਤੇ ਬੇਰ ਰੱਖਣ ਦੀ ਨਿਆਈ ਤੁਹਾਨੂੰ ਤਿੰਨਾਂ ਸਮਿਆਂ ਦਾ ਪੂਰਾ ਗਿਆਨ ਆ, ਅਸੀਂ ਤੁਹਾਨੂੰ ਦੱਸ ਵੀ ਸਕਦੇ ਹਾਂ। ਤਉ ਆਪਨਾ ਭੋਜਨ ਕੀਨੀ। ਫਿਰ ਵੀ ਮਹਾਰਾਜ ਸਿੱਖ ਦਾ ਫਰਜ਼ ਹੈ ਗੁਰੂ ਦੀ ਆਗਿਆ ਦੇ ਵਿੱਚ ਹੁਕਮ ਵਿੱਚ ਚੱਲਣਾ। ਜਿਵੇਂ ਤੁਸੀਂ ਪੁੱਛਦੇ ਹੋ ਖੂਹ ਲੱਗਣ ਦੀ ਸਾਖੀ ਕਰੂੰ ਉਚਾਰਨ ਜਿਮ ਪਿਖ ਚੀਨੀ। ਜਿਵੇਂ ਅਸੀਂ ਮਹਾਰਾਜ ਵੇਖਿਆ, ਜਿਵੇਂ ਅਸੀਂ ਸਭ ਕੁਝ ਜਾਣਿਆ, ਉਹ ਤੁਹਾਨੂੰ ਦੱਸਦੇ ਹਾਂ, ਕਹਿ ਸੁਣਾਉਂਦੇ ਹਾਂ। ਪੂਰਬ ਸ੍ਰੀ ਅਰਜਨ ਉਪਕਾਰੀ। ਜਿਹੜੇ ਕਰਤਾਰਪੁਰ ਨਿਵਾਸੀ ਗੁਰੂ ਹਰਿ ਸਾਹਿਬ ਨੂੰ ਕਹਿੰਦੇ ਮਹਾਰਾਜ ਉਹ ਪਰਉਪਕਾਰੀ ਗੁਰੂ ਅਰਜਨ ਦੇਵ ਸਾਹਿਬ ਜਦੋਂ ਪਹਿਲਾਂ ਇੱਥੇ ਆਏ। ਪੁਰ ਕਰਤਾਰ ਬਿਸਾਇਓ ਭਾਰੀ। ਮਹਾਰਾਜ ਨੇ ਬੜਾ ਭਾਰੀ ਨਗਰ ਕਰਤਾਰਪੁਰ ਵਸਾਉਣਾ ਕੀਤਾ। ਹੁਣ ਇੱਕ ਦਿਨ ਆਈ ਇਸ ਥਾਨ। ਮਹਾਰਾਜ ਇੱਥੇ ਜਿੱਥੇ ਖੂਹ ਲੱਗਾ ਹੈ ਇਸ ਥਾਂ ਤੇ ਗੁਰੂ ਅਰਜਨ ਦੇਵ ਜੀ ਚੱਲ ਕੇ ਆਏ ਸਨ। ਬੈਠੇ ਰੁਚਰ ਲਗਾਏ ਦੀਵਾਨ। ਥਾਂ ਵੇਖ ਕੇ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਨੇ ਜਿਵੇਂ ਆ ਤੁਸੀਂ ਹੁਣ ਦੀਵਾਨ ਲਾਇਆ ਹੈ ਨਾ, ਇਸੇ ਤਰ੍ਹਾਂ ਦੀਵਾਨ ਲਾ ਕੇ ਸਤਿਗੁਰੂ ਬਿਰਾਜਮਾਨ ਹੋ ਗਏ। ਪਾਵਨ ਥਲ ਕੋ ਹੀਰ ਵਿਚਾਰਾ। ਸੋਹਣਾ ਸਾਫ ਸੁਥਰਾ ਜਿਹਾ ਪਵਿੱਤਰ ਥਾਂ ਵੇਖ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਿਚਾਰ ਕੀਤੀ। ਲਗੇ ਇਹਾਂ ਉਦਪਾਨ ਉਦਾਰਾ। ਇੱਥੇ ਲੋਕਾਂ ਦੇ ਭਲੇ ਲਈ ਬਹੁਤ ਵੱਡਾ ਖੂਹ ਲੱਗਣਾ ਚਾਹੀਦਾ ਹੈ। ਇਸ ਪੁਰ ਸੰਗਤ ਨਿਤ ਹੀ ਆਵੇ। ਕਰਤਾਰਪੁਰ ਨਗਰ ਵਸ ਗਿਆ, ਬਹੁਤ ਸੰਗਤ ਰੋਜ਼ ਹੀ ਇੱਥੇ ਆਉਂਦੀ ਹੈ। ਗੁਰ ਥਲ ਦਰਸੇ ਔਰ ਹਰ ਖਾਵੇ। ਗੁਰੂ ਦਾ ਥਾਂ ਜਾ
ਕੇ ਦਰਸ਼ਨ ਕਰਦੇ ਤੇ ਖੁਸ਼ ਹੁੰਦੇ ਹਨ। ਇਹਾਂ ਸਨਾਨੇ ਹੋਏ ਤਨ ਪਾਵਨ। ਇਹ ਗੁਰੂ ਹਰਿ ਸਾਹਿਬ ਜੀ ਪੰਜਵੇਂ ਪਾਤਸ਼ਾਹ ਨੇ ਫਿਰ ਵਿਚਾਰਿਆ ਵੀ ਜਿਹੜੀ ਸੰਗਤ ਚੱਲ ਕੇ ਆਉਂਦੀ ਹੈ ਉਹ ਰਾਜ ਇੱਕ ਤਾਂ ਘੱਟੇ ਮਿੱਟੀ ਨਾਲ ਲਿਬੜ ਜਾਂਦੇ ਆ। ਇੱਕ ਉਹਨਾਂ ਦੀ ਇੱਛਾ ਹੁੰਦੀ ਵੀ ਸਾਡੀ ਕਲਿਆਣ ਹੋਏ ਤੇ ਇੱਥੇ ਰਹਿਣਗੇ ਤੇ ਅਸੀਂ ਖੂਹ ਲਾਵਾਂਗੇ ਇਸ਼ਨਾਨ ਕਰਨਗੇ, ਸਰੀਰ ਉਹਨਾਂ ਦਾ ਪਾਵਨ ਪਵਿੱਤਰ ਹੋਵੇਗਾ। ਜਾਤੇ ਕਰੇ ਕੂਪ ਲਗਵਾਵਨ। ਇਸ ਕਰਕੇ ਅਸੀਂ ਇੱਥੇ ਖੂਹ ਲਵਾਉਣਾ ਚਾਹੁੰਦੇ ਆ, ਸਾਨੂੰ ਇੱਥੇ ਵੱਡਾ ਖੂਹ ਲਾਉਣਾ ਚਾਹੀਦਾ। ਜਿਵੇਂ ਇੱਥੇ ਵੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਆਏ ਸੀ ਭਾਈ ਮੇਰੇ ਦੇ ਘਰ ਤੇ ਜਦੋਂ ਵੇਖਿਆ ਵੀ ਇੱਥੇ ਸੰਗਤ ਆ ਰਹੀ ਹੈ ਪਰ ਇਹ ਬਕਾਲਾ ਨਗਰ ਦੇ ਵਿੱਚ ਜਲ ਛਕਣ ਦੀ ਕੋਈ ਖੂਹ ਨਹੀਂ ਹੈਗਾ ਤੇ ਮਹਾਰਾਜ ਸਾਹਿਬ ਨੇ ਵੇਖਿਆ ਵੀ ਘੋੜਿਆਂ ਦੇ ਲਈ ਵੀ ਜਲ ਲਿਆਉਣ ਦੀ ਕੋਈ ਥਾਂ ਨਹੀਂ। ਇੱਕ ਰਾਤ ਖੂਹ ਲਵਾਇਆ ਸੀ ਜੋ ਇਹ ਛੇਵੇਂ ਪਾਤਸ਼ਾਹ ਦਾ ਖੂਹ। ਇੱਕ ਰਾਤ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਤਿਆਰ ਕਰਾਇਆ, ਲਾਹੌਰੀ ਇੱਟ ਲੱਗੀ ਸਾਰੀ। ਪੁਰਾਣੇ ਬਜ਼ੁਰਗ ਦੱਸਦੇ ਹੁੰਦੇ ਸਨ ਵੀ ਟੋਕਰੀਆਂ ਹੁੰਦੀਆਂ ਤੇ ਲਾਹੌਰ ਨੂੰ ਦਿਖਦੀਆਂ ਸੀ, ਚੁੱਕ ਕੇ ਕੌਣ ਲਿਆ ਰਿਹਾ ਇਹ ਨਹੀਂ ਸੀ ਦਿਖਦਾ। ਇਹ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਕਤੀ ਵਰਤ ਰਹੀ। ਇੱਕੇ ਰਾਤ ਵਿੱਚ ਇਹ ਬਾਬਾ ਬਕਾਲਾ ਸਾਹਿਬ ਜੀ ਛੇਵੇਂ ਪਾਤਸ਼ਾਹ ਨੇ ਨਗਰ ਦੀ ਕਲਿਆਣ ਹਿੱਤ ਖੂਹ ਲਵਾਇਆ ਸੀ, ਜਿਹੜਾ ਕੁਝ ਸਾਲ ਪਹਿਲਾਂ ਹੀ ਉਹਦਾ ਜਲ ਸੁੱਕਿਆ ਹੈ। ਨਹੀਂ ਤਾਂ ਉਸੇ ਖੂਹ ਦੇ ਜਲ ਤੋਂ ਹੀ ਜਿਹੜਾ ਹੈ ਬਹੁਤ ਪਹਿਰਾ ਚੱਲਦਾ ਰਿਹਾ। ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਉਹਨਾਂ ਦੀ ਸਾਖੀ ਸਤਵੇਂ ਪਾਤਸ਼ਾਹ ਨੂੰ ਬਜ਼ੁਰਗ ਸਿੱਖ ਦੱਸ ਰਹੇ ਨੇ। ਮਹਾਰਾਜ ਸਤਿਗੁਰੂ ਪੰਜਵੇਂ ਪਾਤਸ਼ਾਹ ਨੇ ਸੋਚਿਆ ਵੀ ਇੱਕ ਸਿੱਖਾਂ ਦੇ ਭਲੇ ਲਈ ਇਹ ਸਥਾਨ ਦੇ ਵੱਡਾ ਸਾਰਾ ਖੂਹ ਲਵਾਉਣਾ ਚਾਹੀਦਾ। ਕਰਤਾਰਪੁਰ ਕਹਿਓ ਤਬ ਹੈ ਆਨ ਮਿਸ਼ਟਾਨ। ਖੂਹ ਲਵਾਉਣ ਲਈ ਮਹਾਰਾਜ ਨੇ ਹੁਕਮ ਕੀਤਾ, ਜਾਓ ਵੀ ਅਰਦਾਸ ਕਰਨ ਲਈ ਕੋਈ ਮਿਸ਼ਟਾਨ ਪ੍ਰਸ਼ਾਦ ਲਿਆਓ। ਬਹੁ ਨਰ ਸਿਰ ਉਚਵਾਏ ਮਹਾਨ। ਉਸੇ ਸਿੱਖ ਗਏ ਤੇ ਮਠਿਆਈਆਂ ਚੁੱਕ ਕੇ ਸਿਰ ਤੇ ਲੈ ਆਏ। ਸੁਨ ਕਰ ਹੁਕਮ ਮਸੰਦ ਪਿਆਨੇ। ਮਹਾਰਾਜ ਦਾ ਹੁਕਮ ਸੁਣ ਕੇ ਮਸੰਦ ਵੀ ਉਸੇ ਵੇਲੇ ਇਸ ਕਾਰ ਦੇ ਵਿੱਚ ਲੱਗ ਕੇ ਜਿਵੇਂ ਖੂਹ ਤਿਆਰ ਕਰਨਾ ਹੈ। ਪੁਰਤੇ ਮੋਲ ਲੀਨ ਤਹਿ ਆਨੇ। ਨਗਰ ਦੇ ਬਾਜ਼ਾਰ ਚੋਂ ਮੁੱਲ ਜਾ ਕਰਕੇ ਮਠਿਆਈਆਂ ਲਿਆਂਦੀਆਂ। ਸ੍ਰੀ ਸਤਿਗੁਰ ਕੇ ਆਗੇ ਧਰਿਓ। ਮਹਾਰਾਜ ਫਿਰ ਗੁਰੂ ਅਰਜਨ ਦੇਵ ਸਾਹਿਬ ਅੱਗੇ ਤੋਂ ਆ ਕੇ ਮਿਸ਼ਟਾਨ ਪ੍ਰਸ਼ਾਦ ਰੱਖ ਦਿੱਤਾ। ਕਾਰੀਗਰਨ ਹਕਾਰਨ ਕਰਿਓ। ਖੂਹ ਦੀ ਮਿੱਟੀ ਪੁੱਟਣ ਵਾਲੇ, ਖੂਹ ਲਾਉਣ ਵਾਲੇ ਕਾਰੀਗਰ ਰਾਜ ਮਿਸਤਰੀ ਉਹ ਮਹਾਰਾਜ ਨੇ ਬੁਲਾਏ ਹਨ। ਭਾਈ ਬ੍ਰਿਧ ਦੇ ਤਬ ਅਰਦਾਸ। ਬੁੱਢਾ ਸਾਹਿਬ ਨੂੰ ਕਿਹਾ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੋ ਵੀ ਮਹਾਰਾਜ ਬਿਨਾਂ ਵਿਗੜ ਤੋਂ ਖੂਹ ਲੱਗ ਜਾਵੇ। ਕਰਵਾਏ ਵਕਾਰਜ ਹੋਏ ਰਾਸ। ਇਸ ਤਰ੍ਹਾਂ ਅਰਦਾਸ ਕਰਾਈ ਸੀ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਵੀ ਕਾਰਜ ਰਾਸ ਹੋਵੇ। ਅਸਲ ਵਿੱਚ ਮਹਾਰਾਜ ਨੇ ਕਾਰਜ ਤਾਂ ਆਪ ਹੀ ਰਾਸ ਕਰਨੇ ਸੀ, ਪਰ ਸਿੱਖਾਂ ਦੀ ਮਰਿਆਦਾ ਪਾਉਣ ਲਈ ਵੀ ਏਦਾਂ ਆਪਣੇ ਗੁਰੂ ਅੱਗੇ ਬੇਨਤੀ ਕਰਿਆ ਕਰੋ, ਜੇ ਅਰਦਾਸ ਕਰੋਗੇ ਕਾਰਜ ਰਾਸ ਆਵੇਗਾ। ਸਭ ਸਤਿਗੁਰ ਕੇ ਨਾਮ ਸਿਮਰ ਕਰ। ਮਹਾਰਾਜ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲੇ ਸਾਰੇ ਸਤਿਗੁਰਾਂ ਦੇ ਨਾਮ ਲੈ ਕੇ ਹੋਰ ਧਰ ਚਰ ਧਿਆਨ ਕੋ ਔਰ ਧਰ। ਪਾਤਸ਼ਾਹ ਦੇ ਸਰੂਪ ਨੂੰ ਆਪਣੇ ਦਿਲ ਵਿੱਚ ਧਾਰਨ ਕਰਕੇ ਵਸਾ ਕੇ ਹਾਥ ਜੋੜ ਕਰ ਮਸਤਕ ਟੇਕਾ। ਅਰਦਾਸ ਕਰਕੇ ਤੇ ਹੱਥ ਜੋੜ ਕੇ ਮੱਥਾ ਟੇਕ ਦਿੱਤਾ। ਉਠੇ ਆਪ ਤਬ ਜਲਦ ਵਿਵੇਕਾ। ਅਰਦਾਸ ਹੋਈ ਫਿਰ ਗੁਰੂ ਅਰਜਨ ਦੇਵ ਮਹਾਰਾਜ ਆਪ ਉੱਠੇ ਹਨ। ਕਰ ਮਹਿ ਕਸੀ ਧਾਰ ਕਰ ਖਰੇ। ਗਿਆਨ ਦੇ ਸਮੁੰਦਰ ਸਤਿਗੁਰਾਂ ਆਪਣੇ ਕਰ ਕਮਲਾਂ ਵਿੱਚ ਕਹੀ ਧਾਰਨ ਕਰਕੇ ਤੇ ਖਲੋ ਗਏ। ਹੋਰ ਬਟਕ ਲਗਾਵਨ ਕਰੇ। ਸਭ ਤੋਂ ਪਹਿਲਾ ਟਾਕੇ ਮਹਾਰਾਜ ਜਿਹੜਾ ਇਹ ਗੰਗਸਰ ਖੂਹ ਦਾ ਹੈ ਨਾ, ਇਹ ਗੁਰੂ ਹਰਿ ਸਾਹਿਬ ਇਹ ਪੰਜਵੇਂ ਪਾਤਸ਼ਾਹ ਨੇ ਆਪਣੇ ਹੱਥੀ ਲਾਉਣਾ ਕੀਤਾ। ਗੁਣ ਸੰਗਤ ਦਰਸ਼ਨ ਜੋ ਆਏ। ਸੇਵਾ ਆਰੰਭ ਹੋ ਗਈ, ਜਿਹੜੀਆਂ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਆਉਂਦੀਆਂ ਸਨ। ਸਭ ਕੋ ਮਹਿਮਾ ਕਹੇ ਸੁਨਾਏ। ਸਾਰਿਆਂ ਨੂੰ ਸੇਵਾ ਕਰਨ ਦੀ ਮਹਿਮਾ ਕਹਿ ਕੇ ਸੁਣਾਉਂਦੇ ਹੁੰਦੇ ਸੀ ਪੰਜਵੇਂ ਪਾਤਸ਼ਾਹ ਦੀ ਗੁਰ ਸਿੱਖੋ, ਇੱਥੇ ਖੂਹ ਲੱਗ ਰਿਹਾ ਭਲੇ ਵਾਸਤੇ ਦੀ ਸੇਵਾ ਕਰਿਆ ਕਰੋ, ਮਿੱਟੀ ਪੁੱਟ ਕੇ ਤੇ ਇਹਨਾਂ ਨੂੰ ਟੋਕਰਿਆਂ 'ਚ ਭਰ ਕੇ ਗੁਰੂ ਸੱਜਣ ਦੀ ਸੇਵਾ ਕਰੋ। ਖੁਸ਼ੀ ਗੁਰੂ ਕੀ ਕਾਰਜ ਕਰੇ। ਤੁਸੀਂ ਇਹ ਕਾਰ ਸੇਵਾ ਕਰੋਗੇ ਤੁਹਾਡੇ ਦੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਹੁਤੀ ਬਖਸ਼ਿਸ਼ ਖੁਸ਼ੀ ਹੋਵੇਗੀ। ਉਰਹਿ ਕਾਮਨਾ ਜੋ ਉਰ ਧਰੇ। ਸੇਵਾ ਕਰਦੇ ਆ ਪੰਜਵੇਂ ਪਾਤਸ਼ਾਹ ਨੇ ਕਿਹਾ ਵੀ ਜੋ ਕਾਮਨਾ ਇੱਛਾ ਰੱਖੋਗੇ ਉਹ ਪੂਰੀ ਹੋਵੇਗੀ ਉਸੇ ਵੇਲੇ। ਰਹੇ ਸੰਗ ਜੇ ਸਿੱਖ ਹਮਾਇ ਹਮੇਸ਼। ਮਹਾਰਾਜ ਪੰਜਵੇਂ ਪਾਤਸ਼ਾਹ ਦੀ ਆਗਿਆ ਨਾਲ ਜਿਹੜੇ ਸਿੱਖ ਹਮੇਸ਼ਾ ਨਾਲ ਰਹਿੰਦੇ ਸਨ। ਕਾਰ ਕਰਨ ਕੋ ਲਗੇ ਅਸੀਸ। ਵਿਸ਼ੇਸ਼ ਤੌਰ ਤੇ ਸੇਵਾ ਕਰਨ ਵਿੱਚ ਖੂਹ ਦੀ ਪਟਾਈ
ਪਟਾਈ ਕਰਨ ਵਿੱਚ ਲੱਗ ਪਏ। ਕੋਈ ਕੁੱਟਦਾ ਹੈ, ਕੋਈ ਮਿੱਟੀ ਦੇ ਨਾਲ ਭਰਦਾ ਹੈ ਟੋਕਰੇ, ਕੋਈ ਸੁੱਟ ਕੇ ਆਉਂਦਾ ਹੈ। ਜੋ ਜੋ ਕਰਹਿ ਕਾਮ ਨ ਕੋਈ, ਸੇਵਾ ਕਰਦੇ ਆ ਜਿਹੜੀ ਜਿਹੜੀ ਕੋਈ ਕਾਮਨਾ ਰੱਖ ਕੇ ਸੇਵਕ ਸੇਵਾ ਕਰਦੇ ਨੇ। ਉਪਕਾਰ ਤੇ ਪੂਰਨ ਹੋਈ। ਉਹਦੀ ਸੇਵਾ ਕਰਨੇ ਕਰਕੇ ਗੁਰੂ ਅਰਜਨ ਦੇਵ ਸਾਹਿਬ ਦੇ ਬਚਨਾਂ ਮੁਤਾਬਕ ਉਸੇ ਵੇਲੇ ਪੂਰੀ ਹੋ ਗਈ ਸਿੱਖਾਂ ਦੀ। ਭਏ ਆਨੰਦ ਸੰਗਤਾਂ ਸਾਰੇ, ਸਾਰੀਆਂ ਸੰਗਤਾਂ ਨੂੰ ਬੜਾ ਆਨੰਦ ਮੰਗਲ ਦਾ ਸਮਾਂ ਬਣ ਗਿਆ ਵੀ ਇੱਕ ਸੇਵਾ ਦਾ ਮੌਕਾ ਮਿਲਿਆ ਹੈ। ਦੂਜਾ ਖੂਹ ਦੀ ਵਰਤੋਂ ਅਸੀਂ ਵੀ ਕਰਨੀ ਹੈ, ਸਾਡਾ ਹੀ ਫਾਇਦਾ ਹੋਵੇਗਾ। ਸੇਵਹਿ ਭਾਉ ਹਿਰਦੇ ਬਹੁ ਧਾਰੇ, ਮਹਾਰਾਜ ਪੰਜਵੇਂ ਪਾਤਸ਼ਾਹ ਦੇ ਹਜ਼ੂਰ ਬਹੁਤ ਹੀ ਭਾਵਨਾ ਰੱਖ ਕੇ ਸੇਵਾ ਕਰਦੇ ਸਨ। ਖਨਿਓ ਗਇਓ ਤਤ ਸਿਨ ਜਲ ਤਾਈ, ਇਸ ਤਰ੍ਹਾਂ ਮਹਾਰਾਜ ਦੀ ਕਿਰਪਾ ਨਾਲ ਬਹੁਤ ਹੀ ਛੇਤੀ ਖੂਹ ਦੀ ਪਟਾਈ ਕੀਤੀ। ਜਿੱਥੇ ਤੀਕਰ ਪਾਣੀ ਸਿਮਣਾ ਸੀ ਉੱਥੋਂ ਤੀਕਰ ਜਦੋਂ ਖੂਹ ਦੀ ਖੁਦਵਾਈ ਹੋ ਗਈ, ਉਨ ਕਾਸ਼ਟ ਕੋ ਚੱਕ ਕਰਵਾਈ। ਉਸ ਵੇਲੇ ਫਿਰ ਲੱਕੜਾਂ ਦਾ ਚੱਕਾ ਜਿਹਾ ਬਣਾਇਆ ਗਿਆ, ਜਿਹੜਾ ਗੋਲ ਖੂਹ ਦੇ ਵਿੱਚ ਥੱਲੇ ਹੇਠਾਂ ਸੁੱਟ ਕੇ ਉਹਦੇ ਉੱਤੇ ਇੱਟਾਂ ਦੀ ਚੜਾਈ ਕਰਨੀ ਹੈ। ਬਹੁ ਨਰ ਲਾਏ ਉਤਾਰਿਓ ਤਰੇ, ਮਹਾਰਾਜ ਸਾਹਿਬ ਜੀ ਨੇ ਕਾਰੀਗਰਾਂ ਨੂੰ ਕਿਹਾ ਤੇ ਫਿਰ ਬਹੁਤੇ ਸਿੰਘ ਸੇਵਕ ਲਾ ਕੇ ਉਹ ਲੱਕੜ ਦਾ ਬਣਾਇਆ ਚੱਕਰ ਜਿਹਾ ਇੱਕ ਪਹੀਏ ਜੀ ਦੀ ਨਿਆਈ ਵਿੱਚੋਂ ਖਾਲੀ ਜਿਹਾ ਰੱਖਿਆ ਤੇ ਜੋ ਚਾਰ ਸਫੇਰੇ ਗੁਰਿਆਈ ਜੀ ਦੇ ਵਿੱਚ ਨੀਂਹ ਧਰਨ ਵਾਂਗ ਉਹ ਖੂਹ ਦੇ ਹੇਠਾਂ ਥੱਲੇ ਭੇਜਣਾ ਕੀਤਾ ਹੈ। ਉਪਰ ਮਹਿਲ ਨੀਵ ਕੋ ਧਰੇ, ਉੱਤੇ ਮਹਿਲ ਦੀ ਨੀਂਹ ਰੱਖਣਾ ਕੀਤੀ। ਖੂਹ ਦਾ ਮਹਿਲ ਉਹਨੂੰ ਕਹਿੰਦੇ, ਜਿਹੜਾ ਖੂਹ ਨੂੰ ਅੰਦਰੋਂ ਪੱਕਾ ਕਰਨਾ ਹੈ ਨਾ, ਉਹਨੂੰ ਕਹਿੰਦੇ ਵੀ ਖੂਹ ਦਾ ਮਹਿਲ ਉਸਾਰਨਾ। ਤੇ ਥੱਲੇ ਲੱਕੜ ਦਾ ਬਣਾ ਕੇ ਚੱਕਾ ਜਿਹਾ ਬੜੀ ਜੁਗਤੀ ਨਾਲ ਹੇਠਾਂ ਮੜੋ ਲਾ ਕੇ ਭੇਜਤਾ। ਉਹਦੇ ਉੱਤੇ ਫਿਰ ਚੜਾਈ ਇੱਟਾਂ ਵੀ ਕਰਨ ਲੱਗ ਪਏ। ਚੂਨਾ ਅਪਰੀਟ ਕਾ ਧਰ ਧਰ, ਚੂਨਾ ਪੀ ਪੀ ਕੇ ਲਿਆਉਂਦੇ ਹਨ, ਇੱਟਾਂ ਉੱਤੇ ਰੱਖਦੇ ਫਿਰ ਚੂਨਾ ਗਿੱਲਾ ਕਰਕੇ ਲਾਉਂਦੇ ਨੇ। ਚਿਨ ਚਿਨ ਊਚ ਉਤਾਇਲ ਕਰ ਕਰ, ਚੜਾਈ ਕਰ ਕਰਕੇ ਬੜੀ ਛੇਤੀ ਦੇ ਨਾਲ ਉੱਚੀ ਖੂਹ ਦੀ ਪਕਿਆਈ ਦੀ ਉਸਾਰੀ ਹੋ ਗਈ। ਬ੍ਰਿੰਦ ਨਰਨ ਤਹ ਸੇਵ ਕਮਾਈ। ਮਹਾਰਾਜ ਇਸ ਤਰ੍ਹਾਂ ਬਹੁਤੇ ਲੋਕਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਦਾ ਹੁਕਮ ਮੰਨ ਕੇ ਖੂਹ ਲਾਉਣ ਦੀ ਸੇਵਾ ਵਿੱਚ ਹਿੱਸਾ ਪਾਇਆ। ਕਾਰੀਗਰਨ ਰਚੀ ਚਤਰਾਈ, ਕਾਰੀਗਰਾਂ ਨੇ ਵੀ ਬੜੀ ਚਤੁਰਾਈ ਬੜੀ ਸਿਆਣਪ ਦੇ ਨਾਲ ਖੂਹ ਦੀ ਜਿਹੜੀ ਪਕਿਆਈ ਸੀ ਉਹ ਰਚ ਦਿੱਤੀ ਚਾਰ ਸਫੇਰਿਓ ਗੁਰਿਆਈ ਵਿੱਚ। ਤਰੇ ਉਤਾਰਿਓ ਕਰਿਓ ਉਪਾਏ, ਬੜਾ ਉਪਾਅ ਕਰਕੇ ਮਹਾਰਾਜ ਉਹ ਮਹਿਲ ਦੇ ਉਸਾਰਤਾ। ਥੱਲੇ ਪਹਿਲਾਂ ਲੱਕੜ ਦੀ ਗੋਲ ਚੱਕਾ ਜਿਹਾ ਭੇਜਿਆ, ਫਿਰ ਇੱਟਾਂ ਭੇਜੀਆਂ, ਫਿਰ ਉੱਪਰ ਤੀਕਰ ਸਾਰੇ ਖੂਹ ਦੀ ਪਕਿਆਈ ਕਰ ਦਿੱਤੀ ਅੰਦਰੋਂ। ਇਕ ਆਛੋ ਥਲ ਦੀਨ ਟਕਾਏ, ਸੋਹਣਾ ਥਾਂ ਥੱਲੇ ਪੱਕਾ ਜਿਹਾ ਵੇਖ ਕਰਕੇ ਤੇ ਉੱਥੇ ਟਿਕਾ ਦਿੱਤਾ ਮਹਿਲ। ਉਪਰ ਤੇ ਪੁਨ ਮਨ ਬੰਧਵਾਈ, ਫਿਰ ਬਣਾ ਬਣਾਇਆ ਉਹ ਗੋਲ ਦੇ ਉੱਤੇ ਜੰਗਲਾ ਜਿਹਾ ਲਾਇਆ। ਫਿਰ ਸਿਰ ਮੁਖ ਤੇ ਤਬ ਮਹਿਮਾ ਗਾਈ। ਮਹਾਰਾਜ ਦਾ ਖੂਹ ਤਿਆਰ ਹੋ ਗਿਆ ਨਾ, ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਮੁਖ ਤੋਂ ਇਹ ਖੂਹ ਦੇ ਜਲ ਦੇ ਨਾਲ ਇਸ਼ਨਾਨ ਕਰਨ ਦੀ ਮਹਿਮਾ ਕਹੀ ਸਤਿਗੁਰਾਂ ਨੇ। ਗੰਗਾ ਸਰੋਤ ਹਮ ਇਤਿਆਨਾ, ਪਾਤਸ਼ਾਹ ਨੇ ਆਖਿਆ ਵੀ ਸਿੱਖੋ ਇਹ ਗੰਗਾ ਦਾ ਹੀ ਸਰੋਤ ਮੰਨੋ ਵੀ ਅਸੀਂ ਲੈ ਆਏ ਆ। ਇਹ ਗੰਗਾ ਜਾਣ ਦੀ ਕਿਸੇ ਨੂੰ ਲੋੜ ਨਹੀਂ, ਇਹ ਗੰਗਾ ਦਾ ਇਸ਼ਨਾਨ ਇਹ ਖੂਹ ਦੇ ਇਸ਼ਨਾਨ ਨਾਲ ਹੀ ਹੋ ਜਾਵੇਗਾ, ਬਲਕਿ ਉਹ ਤੋਂ ਵੀ ਜ਼ਿਆਦਾ ਮਹਾਤਮ ਮਿਲੇਗਾ। ਪਾਵਨ ਕੀਨ ਲਾਏ ਉਦਪਾਨਾ, ਉਦਪਾਨਾ ਵੱਡਾ ਖੂਹ ਲਾ ਕੇ ਅਸੀਂ ਇਹ ਜਲ ਪਵਿੱਤਰ ਕਰਤਾ ਗੁਰੂ ਨਾਨਕ ਸਾਹਿਬ ਦੇ ਨਾਮ ਤੋਂ। ਜਿਮ ਇਸ਼ਨਾਨ ਸੁਰ ਸਰੇ ਕੇਰਾ, ਜਿਵੇਂ ਗੰਗਾ ਆਦਿ ਦਾ ਇਸ਼ਨਾਨ ਲੋਕ ਭਾਵਨਾ ਨਾਲ ਕਰਦੇ ਨੇ। ਮਿਟਹਿ ਬ੍ਰਿੰਦ ਅਗ ਪਾਵਨ ਫੇਰਾ, ਇਹ ਮੰਨਦੇ ਹਨ ਵੀ ਨਹਾਉਣ ਦੇ ਨਾਲ ਗੰਗਾ ਇਸ਼ਨਾਨ ਕੀਤਿਆਂ ਪਾਪ ਮਿਟਦੇ ਹਨ ਤੇ ਸਰੀਰ ਪਵਿੱਤਰ ਹੁੰਦਾ ਏ। ਸ੍ਰੀ ਸਤਿਗੁਰ ਹਿਤ ਕਰਤ ਸਨਾਨੇ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਇੱਥੇ ਇਸ਼ਨਾਨ ਕਰਨਾ ਉਹ ਤੋਂ ਵੀ ਜ਼ਿਆਦਾ ਮਹਾਤਮ ਹੋਵੇਗਾ। ਇਸ ਤਰ੍ਹਾਂ ਹੈ ਗੁਰੂ ਹਰਿ ਸਾਹਿਬ ਜੀ ਪੰਜਵੇਂ ਪਾਤਸ਼ਾਹ ਆਪ ਵੀ ਇਸ ਖੂਹ ਤੋਂ ਇਸ਼ਨਾਨ ਕਰਦੇ ਰਹੇ। ਕਈ ਬਾਰ ਸ੍ਰੀ ਬਦਨ ਬਖਾਨੇ, ਇਸ਼ਨਾਨ ਕਰਦੇ ਆ ਕਈ ਵਾਰ ਪੰਜਵੇਂ ਪਾਤਸ਼ਾਹ ਨੇ ਬਚਨ ਕੀਤਾ। ਜਾਤੇ ਮਹਿਮਾ ਜੁਤ ਉਤਪਾਨ, ਇਸ ਕਰਕੇ ਬੜੀ ਮਹਾਨਤਾ ਮਹਿਮਾ ਦੇ ਸਹਿਜ ਖੂਹ ਲਵਾਇਆ ਹੈ ਸਤਿਗੁਰਾਂ ਨੇ। ਕਰਹਿ ਸੰਗਤਾਂ ਆਨ ਸਨਾਨ, ਇੱਥੇ ਮਹਾਰਾਜ ਹੁਣ ਤੀਕਰ ਵੀ ਤੁਹਾਡੀ ਕਿਰਪਾ ਨਾਲ ਬਹੁਤ ਸੰਗਤ ਆ ਕੇ ਇਸ਼ਨਾਨ ਕਰਦੀ ਹੈ। ਤਬ ਕੋ ਇਹ ਸ੍ਰੀ ਅਰਜਨ ਨਾਥ, ਤਦੋਂ ਦਾ ਇਹ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਇੱਥੇ ਆਏ ਸਨ,
ਕੋਪ ਕਰਾਹਿਓ ਮਹਿਮਾ ਸਾਥ ਮਹਿਮਾ ਦੇ ਸਹਿਤ ਖੂਬ ਨੂੰ ਪ੍ਰਗਟ ਕੀਤਾ ਆਪਣੇ ਹੱਥੀ ਪੰਜਵੇਂ ਪਾਤਸ਼ਾਹ ਨੇ ਟੱਪ ਲਾ ਕੇ ਲਵਾਇਆ ਸੀ। ਸ੍ਰੀ ਹਰਿ ਰਾਏ ਸੁਨਤ ਹਰਿ ਖਾਏ ਹਰਿ ਸਾਹਿਬ ਜੀ ਨੂੰ ਖੂਹ ਲੱਗਣ ਦੀ ਸਾਖੀ ਸਿੱਖਾਂ ਨੇ ਬਜ਼ੁਰਗਾਂ ਨੇ ਦੱਸੀ। ਮਹਾਰਾਜ ਜਾਣਦੇ ਤੇ ਭਾਵੇਂ ਪਹਿਲਾਂ ਸੀ ਪਰ ਸਿੱਖਾਂ ਦੇ ਮੂੰਹ ਤੋਂ ਸੁਣ ਕੇ ਬਹੁਤਾ ਹੀ ਖੁਸ਼ ਹੋਏ। ਧੰਨ ਧੰਨ ਭਗਤਾ ਪ੍ਰਥ ਗਾਏ ਧੰਨ ਹਰ ਭਗਤੇ ਜਦੋਂ ਤੁਸੀਂ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਇਹ ਮਹਿਮਾ ਸਾਨੂੰ ਕਹਿ ਕੇ ਸੁਣਾਈ ਹੈ। ਉਠ ਕਰ ਆਏ ਪੁਨ ਨਿਜ ਡੇਰੇ ਮਹਾਰਾਜ ਆਪਣੇ ਡੇਰੇ ਦੇ ਉੱਠ ਕੇ ਚਲੇ ਗਏ ਖੂਹ ਦਾ ਲੱਗਣ ਦਾ ਮਹਾਤਮ ਜਾਣ ਕੇ। ਖਾਨ ਪਾਨ ਸੁਪਤੇ ਇਸ ਬੇਰੇ ਸੁਖ ਦੇ ਨਾਲ ਭੋਜਨ ਪ੍ਰਸ਼ਾਦਾ ਮਹਾਰਾਜ ਜੀ ਨੇ ਛਕਿਆ ਉਸ ਵੇਲੇ। ਸਵਾ ਜਾਮ ਤੇ ਜਾਗਰਣ ਕਰੇ ਜੇਤੀ ਮਹਾਰਾਜ ਸਵਾ ਕੁ ਰਾਤ ਰਹਿੰਦੀ ਤੋਂ ਜਾਗ ਪੈਂਦੇ ਹਨ। ਸੋਚ ਸਨਾਨ ਆਦ ਸਭ ਧਰੇ ਇਹ ਸ਼ੋਰ ਇਸ਼ਨਾਨ ਦੀ ਕਿਰਿਆ ਉਧਾਰੈ ਸਾਹਿਬ ਦੀ ਸੋਧਦੇ ਨੇ। ਇਹ ਕਰਤਾਰਪੁਰ ਜਿਹੜਾ ਗੰਗਸਰ ਜਾਂ ਸ਼ਕਰ ਗੰਗ ਦੋਵੇਂ ਨਾਮ ਇਹ ਖੂਹ ਲੱਗਣ ਦੀ ਕਥਾ ਮਹਾਰਾਜ ਨੇ ਸਿੱਖਾਂ ਕੋ ਸੁਣੀ। ਉੱਥੇ ਹੁਣ ਸਰੋਵਰ ਵੀ ਬਣਿਆ ਹੋਇਆ ਹੈ। ਹੁਣ ਤਾਂ ਨਗਰ ਦੇ ਵਿੱਚ ਹੀ ਉਹ ਗੁਰੂ ਕਾ ਬਾਗ ਦੇ ਗੰਗਸਰ ਆ ਗਏ। ਪਹਿਲਾਂ ਨਗਰ ਤੋਂ ਬਾਹਰ ਸਨ। ਸੋ ਪਾਤਸ਼ਾਹ ਜੀ ਨੇ ਮਹਾਤਮ ਜੁਗਤੀ ਨਾਲ ਪ੍ਰਗਟ ਕੀਤਾ ਹੈ। ਭਾਈ ਜੀਵਨ ਦੇ ਸੰਸਕਾਰ ਅਕਾਲ ਚਲਾਣੀ ਦੀ ਕਥਾ ਅਤੇ ਇਹ ਕਥਾ ਗੁਰੂ ਸਾਹਿਬ ਜੀ ਨੇ ਬਖਸ਼ੀ ਹੈ। ਗੁਰਾਂ ਦੇ ਪਵਿੱਤਰ ਇਤਿਹਾਸ ਨੂੰ ਕਹਿੰਦੇ ਆ ਵਿਚਾਰਦੇ ਆ ਦੇਖਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ। ਗੁਰੂ ਸਾਹਿਬ ਗੁਰੂ ਦੀ ਸੰਗਤ ਬਖਸ਼ਿੰਦਾ ਬਖਸ਼ ਲੈਣਾ। ਸੰਗਤ ਦੀ ਸੇਵਾ ਵਿਖੇ ਬੇਨਤੀ ਹੈ ਕੱਲ ਤੋਂ ਮੌਸਮ ਦੇ ਹਿਸਾਬ ਨਾਲ ਜਿਵੇਂ ਫਰਕ ਪਿਆ ਹੈ ਇਵੇਂ ਦੀਵਾਨ ਦੇ ਵਿੱਚ ਵੀ 15 ਮਿੰਟਾਂ ਦਾ ਫਰਕ ਪਾਇਆ ਗਿਆ ਹੈ। ਕੱਲ ਤੋਂ ਕਥਾ ਦਾ ਸਮਾਂ 5 ਤੋਂ 6 ਹੋਵੇਗਾ। ਬਾਕੀ ਵੀ ਸਾਰਾ ਰਹਿ ਰਾਮ ਸਾਹਿਬ ਦੇ ਸਮਾਪਤੀ ਤੀਕਰ ਅੰਮ੍ਰਿਤ ਵੇਲੇ 15 ਦਿਨ ਵਾਹਿਗੁਰੂ ਅੰਮ੍ਰਿਤ ਵੇਲੇ ਦੇ ਸਮੇਂ 15 ਮਿੰਟ ਵਧਾਏ ਗਏ ਨੇ ਤੇ ਸ਼ਾਮ ਦੇ ਵੇਲੇ ਦੇ 15 ਮਿੰਟ ਘਟਾਏ ਗਏ ਹਨ। ਆਪ ਜੀ ਇਹ ਸਮੇਂ ਸਿਰ ਹਾਜ਼ਰੀਆਂ ਕਰਕੇ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ। ਉਠ ਕਰ ਆਏ ਪੁਨ ਨਿਜ ਡੇਰੇ ਖਾਨ ਪਾਨ ਸੁਪਤੇ ਇਸ ਬੇਰੇ ਸਵਾ ਜਾਮ ਤੇ ਜਾਗਰਨ ਕਰੇ ਸੋਚ ਸਿਨਾਨ ਆਦ ਸਭ ਧਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਨਾਨਕ ਅਨਾਥ ਸਖੇ ਦੀਨ ਦਰਦ ਨਿਵਾਰ ਸਮਰਾਥ ਅਗਮ ਪੂਰਨ ਮੋਹਿ ਮਾਇਆ ਧਾਰ ਨਾਨਕ ਪਾਰ ਉਤਾਰ ਕਿਰਪਾ ਨਿਧ ਦਿਆਲ ਨਾਨਕ ਹੋਤ ਨਿਹਾਲ ਚੜੇ ਸੋ ਉਤਰੇ ਪਾਰ ਗੁਰੂ ਪਾਰ ਉਤਾਰਨ ਹਾਰ ਗੁਰੂ ਪਾਰ ਉਤਾਰਨ ਹਾਰ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।